ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ, ਜਿਸ ਪਾਸ ਬੈਠਿਆਂ ਸੋਹੀ ਹੈ ਸਭਨਾਂ ਦਾ ਵਿਸਾਹ। ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਰਾਗ ਸੂਹੀ ਮਹਲਾ ਪਹਿਲਾ। ਕੁਚਜੀ ਇੱਕ ਓਂਕਾਰ ਸਤਿਗੁਰ ਪ੍ਰਸਾਦ। ਮੰਝ ਕੁਚਜੀ ਅਮਾਵਣ ਡੋਸੜੇ, ਹਉ ਕਿਉ ਸ਼ਹੋਰਾਵਣ ਜਾਉ ਜਿਉ। ਮੰਝ ਕੁਚਜੀ ਅਮਾਵਣ ਡੋਸੜੇ, ਹਉ ਕਿਉ ਸ਼ਹੋਰਾਵਣ ਜਾਉ ਜਿਉ। ਇੱਕ ਦੂੰ ਇੱਕ ਚੜ੍ਹਨ ਦੀਆਂ, ਕੌਣ ਜਾਣੈ ਮੇਰਾ ਨਾਉ ਜਿਉ। ਜਿਨਹੀ ਸਖੀ ਸ਼ਹੋਰਾਵਿਆ, ਸੇ ਅੰਬੀ ਛਾਵੜੀਏ ਜਿਉ। ਸੇ ਗੁਣ ਮੰਝ ਨ ਆਵਣੀ, ਹਉ ਕੈ ਜੀ ਦੋਸ਼ ਧਰਿਉ ਜਿਉ। ਕਿਆ ਗੁਣ ਤੇਰੇ ਵਿਥਰਾਂ, ਹਉ ਕਿਆ ਕਿਆ ਕਿੰਨਾ ਤੇਰਾ ਨਾਉ ਜਿਉ। ਇਕਤ ਟੋਲ ਨ ਅੰਬੜਾਂ, ਹਉ ਸਦ ਕੁਰਬਾਨੈ ਤੇਰੇ ਜਾਉ ਜਿਉ। ਸੋਇਨਾ ਰੂਪਾ ਰੰਗੂਲਾ, ਮੋਤੀ ਤੈ ਮਾਣਿਕ ਜਿਉ। ਸੇ ਵਸਤੂ ਸ਼ਹਿ ਦਿੱਤੀਆਂ, ਮੈਂ ਤਿਨ ਸਿਉ ਲਾਇਆ ਚਿਤ ਜਿਉ। ਮੰਦਰ ਮਿੱਟੀ ਸੰਦੜੇ, ਪੱਥਰ ਕੀਤੇ ਰਾਸ ਜਿਉ। ਹਉ ਏਨੀ ਟੋਲੀ ਭੁੱਲੀਅਸ, ਤਿਸ ਕੰਤ ਨ ਬੈਠੀ ਪਾਸ ਜਿਉ। ਅੰਬਰ ਕੂੰਜਾਂ ਕੁਰਲੀਆਂ, ਬਗ ਬਹੀਠੇ ਆਏ ਜਿਉ। ਸਾ ਤਨ ਚੱਲੀ ਸਾਹੂ ਰਹਿ, ਕਿਆ ਮੂੰਹ ਦੇਸੀ ਅੱਗੇ ਜਾਏ ਜਿਉ। ਸੁਤੀ ਸੁਤੀ ਚਾਲ ਥੀਆ, ਭੁੱਲੀ ਵਾਟੜੀ ਆਸ ਜਿਉ। ਤੈਂ ਸ਼ਹਿ ਨਾਲੋਂ ਮੁੱਤੀਅਸ, ਦੁੱਖਾਂ ਕੂ ਧਰਿਆਸ ਜਿਉ। ਤੁਧ ਗੁਣ ਮੈਂ ਸਭ ਅਵਗਣਾ, ਇਕ ਨਾਨਕ ਕੀ ਅਰਦਾਸ ਜਿਉ। ਸਭ ਰਾਤੀ ਸੁਹਾਗਣੀ, ਮੈਂ ਦੁਹਾਗਣ ਕਾਈ ਰਾਤ ਜਿਉ। ਤੁਧ ਗੁਣ ਮੈਂ ਸਭ ਅਵਗਣਾ, ਇਕ ਨਾਨਕ ਕੀ ਅਰਦਾਸ ਜਿਉ। ਸਭ ਰਾਤੀ ਸੁਹਾਗਣੀ, ਮੈਂ ਦੁਹਾਗਣ ਕਾਈ ਰਾਤ ਜਿਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ। ਗੁਰੂ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼, ਸ਼ਾਮ ਸਮੇਂ ਅਸੀਂ ਗੁਰੂ ਦਰਬਾਰ ਦੀ ਹਾਜ਼ਰੀ ਮਾਣ ਰਹੇ ਹਾਂ, ਜਾਂ ਫਿਰ ਟੈਲੀਵਿਜ਼ਨ ਰਾਹੀਂ ਘਰਾਂ ਥਾਵਾਂ ਤੋਂ ਗੁਰੂ ਸ਼ਬਦ ਨਾਲ ਸੁਰਤ ਨੂੰ ਸਰਚਾਰ ਕਰ ਪਾ ਰਹੇ ਹਾਂ। ਵੱਡ ਭਾਗਤਾ ਹੈ।
ਇਹ ਸਮਾਂ ਗੁਰਬਾਣੀ ਵਿਆਖਿਆ ਦਾ ਹੈ। ਇਸ ਵਿੱਚ ਸੂਹੀ ਰਾਗ ਦੀ ਰਚਨਾ ਗੁਰੂ ਨਾਨਕ ਪਾਤਸ਼ਾਹ ਜੀ ਦਾ ਪਹਿਲੇ ਜਾਮੇ ਵਿੱਚ ਉਚਰਿਤ ਕੀਤਾ ਸੰਦੇਸ਼, ਜੋ ਕਿ ਕੁਚੱਜੀ ਦੇ ਸਿਰਨਾਵੇਂ ਹੇਠ ਹੈ, ਉਹ ਸ਼ਬਦ ਚੱਲ ਰਿਹਾ ਹੈ। ਲਗਾਤਾਰਤਾ ਨਾਲ ਇਸ ਬਚਨ ਨੂੰ ਵਿਚਾਰਦਿਆਂ ਇਹਦਾ ਕਾਫੀ ਹਿੱਸਾ ਸੀ, ਉਹਦੀ ਐਕਸਪਲੇਨੇਸ਼ਨ, ਉਹਦੀ ਅਸੀਂ ਸਾਂਝ ਵਿਚਾਰਕ ਤੌਰ 'ਤੇ ਕੀਤੀ ਹੈ। ਜਿੱਥੇ ਬੀਤੇ ਕੱਲ੍ਹ ਬਾਤ ਅਸੀਂ ਸਮੇਟੀ ਸੀਗੀ, ਉਸ ਤੋਂ ਹੀ ਅੱਜ ਅਸੀਂ ਅੱਗੇ ਤੋਰਦੇ ਹਾਂ। ਸਿਰਫ ਇੱਕ ਬੁਨਿਆਦੀ ਬੇਨਤੀ ਇਹ ਹੈ ਕਿ ਸ਼ਬਦ ਇੱਕ ਤੇ ਸਰਗੋਦੀ ਬੋਲੀ ਦੇ ਰੰਗ 'ਚ ਆ ਰਿਹਾ ਹੈ, ਲੈਂਗੁਇਸਟਿਕ ਸਾਈਡ ਤੋਂ ਇਹਦੇ 'ਚ ਮੁਹਾਰਤ ਦਿੱਤੀ ਗੁਰੂ ਬਾਬਾ ਜੀ ਨੇ। ਦੂਸਰਾ, ਇਹਦੇ ਵਿੱਚ ਜਿਹੜਾ ਮੈਟਾਫੋਰ ਆ, ਉਹ ਇੱਕ ਇਸਤਰੀ ਦੇ, ਇੱਕ ਸੁਹਾਗਣ ਦੇ ਰੂਪ ਵਿੱਚ ਹੈ, ਜਿਹੜੀ ਪਤੀ ਦੀ ਪ੍ਰਸੰਨਤਾ ਪਾਉਣ ਗੋਚਰੇ ਅਰਦਾਸ ਕਰਦੀ ਹੈ। ਡੈਫੀਨੇਟਲੀ ਇਹ ਬਿੰਬ ਲੱਗਦਾ ਐਵੇਂ ਜਿਵੇਂ ਮਜਾਜੀ ਰੰਗ ਸਾਡੇ ਸੰਸਾਰ ਦਾ ਆ, ਪਰ ਹੈਗਾ ਏ ਰੂਹਾਨੀ ਹਕੀਕੀ ਰੰਗ ਦੇ ਵਿੱਚ। ਇਸ ਰੂਹ ਦੀ, ਉਸ ਪਰਮ ਰੂਹ ਦੇ ਅੱਗੇ ਅਰਦਾਸ ਹੈ। ਇਹਦੇ ਵਿੱਚ ਗੁਰੂ ਬਾਬਾ ਜੀ ਨੇ ਬੜੇ ਸੁੰਦਰ ਅੰਦਾਜ਼ ਦੇ ਵਿੱਚ ਸਾਨੂੰ ਸੰਸਾਰੀ ਲੋਕਾਂ ਨੂੰ ਕਿਹਾ ਜਾਏ ਕਿ ਮਲਟੀ ਡਾਇਮੈਂਸ਼ਨਲ ਜਿਹੜੀਆਂ ਟੀਚਿੰਗਸ ਨੇ ਉਹਨਾਂ ਦੀ ਇੱਕ ਬਖਸ਼ਿਸ਼ ਕੀਤੀ ਹੈ। ਦੈਟ ਕਾਈਂਡ ਆਫ ਸ਼ਾਵਰ ਵੀ ਕੈਨ ਈਜ਼ੀਲੀ ਫੀਲ ਇਨ ਦਿਸ ਸ਼ਬਦ। ਜੋ ਬਾਤ ਬੀਤੇ ਕੱਲ ਹੋ ਰਹੀ ਸੀ ਉੱਥੋਂ ਅੱਗੇ ਤੋਰਦੇ ਹੋਏ ਸਭ ਕਹਿੰਦੇ, ਸੇ ਵਸਤੂ ਸ਼ਹਿ ਦਿੱਤੀਆਂ ਮੈਂ ਤਿੰਨ ਸਿਉ ਲਾਇਆ ਚਿੱਤ ਜੀਓ, ਜਿਹੜੀਆਂ ਵਸਤਾਂ ਮੇਰੇ ਸ਼ਾਹੋ ਨੇ ਮੈਨੂੰ ਦਿੱਤੀਆਂ। ਇਹਨੂੰ ਇਸ ਤਰ੍ਹਾਂ ਜਾਣੋ ਕਿ ਅੱਜ ਮਾਹੌਲ ਬਦਲਿਆ। ਬੀਤੇ ਕੱਲ੍ਹ ਬੇਨਤੀ ਕਰ ਰਿਹਾ ਸੀਗਾ, ਜਿਹੜੀ ਬ੍ਰੈਡ ਵਿਨਰਸ ਦੀ ਜੌਬ ਆ, ਇੱਕ ਫੈਮਿਲੀ ਦੇ 'ਚ ਸ਼ੇਅਰ ਹੋ ਗਈ ਹੈ। ਹਸਬੈਂਡ ਵਾਈਫ ਦੋਨੋਂ, ਦੇ ਪਲੇ ਦੇ ਰੋਲਸ ਇਨ ਅਰਨਿੰਗ ਬ੍ਰੈਡ ਐਂਡ ਬਟਰ। ਦੈਟਸ ਅ ਗੁੱਡ ਥਿੰਗ, ਇੱਕ ਚੰਗੀ ਚੀਜ਼ ਵੀ ਹੈ। ਇਹਦੇ ਨਾਲ ਕੁਝ ਚੀਜ਼ਾਂ ਲੈਕ ਵੀ ਹੋ ਗਈਆਂ ਨੇ। ਦੇਰ ਵੀ ਆਰ ਲੈਕਿੰਗ ਫਿਊ ਸਟਫ ਟੂ। ਜੇ ਮੈਂ ਕਈ ਵਾਰ ਬੇਨਤੀ ਕਰਦਾ, ਘਰਾਂ ਦੇ ਵਿੱਚ ਪਿਤਾ ਦੋ ਹੋ ਗਏ ਨੇ, ਮਾਂ ਨਦਾਰਤ ਹੋ ਗਈ ਹੈ। ਕਮਾਉਣ ਵਾਲੇ ਦੋ ਨੇ, ਜਿਨੇ ਮਾਂ ਦਾ ਰੋਲ ਅਦਾ ਕਰਨਾ ਬੱਚਿਆਂ ਲਈ, ਸੰਭਾਲਣ ਲਈ, ਸੁਆਣੀ ਦੇ ਰੂਪ ਦੇ ਵਿੱਚ, ਉਹਦੀ ਅਨਹੋਂਦ ਘਰਾਂ 'ਚ ਦਿਸ ਰਹੀ ਹੈ। ਸੋ ਜਿਹੜਾ ਉਹ ਪੱਖ ਆ, ਉਹ ਸਾਡੇ ਬੱਚਿਆਂ ਦੇ, ਸਾਡੇ ਕਿਡਸ ਦੇ ਵਿੱਚ, ਦੇ ਆਰ ਐਕਚੁਅਲੀ ਸਟਾਰਵਿੰਗ ਫਰੋਮ ਦੈਟ ਸਾਈਡ, ਦੇ ਆਰ ਡਿਪਰੀਵਿੰਗ ਇਨ ਦੈਟ ਸਾਈਡ। ਸੋ ਵੀ ਕੈਨ ਈਜ਼ੀਲੀ ਸੀ, ਅੱਜ ਹੀ ਸਾਡੇ ਕੋਲ ਜੋ ਹੈ ਰਾਇਲ ਕਾਲਜਸ ਵੱਲੋਂ ਸਟੱਡੀਜ਼ ਆਈਆਂ ਨੇ, ਉਹਨਾਂ ਨੇ ਰਿਕਮੈਂਡੇਸ਼ਨ ਕੀਤੀਆਂ ਨੇ ਕਿ ਗੌਰਮੈਂਟ ਨੂੰ ਮੈਂਟਲ ਹੈਲਥ ਨੂੰ ਬੜੀ ਸੀਰੀਅਸਲੀ ਕੰਸੀਡਰ ਕਰਨਾ ਚਾਹੀਦਾ ਹੈ। ਅਤੇ ਉਹਦਾ ਮਾਇਨਾ ਇਹ ਹੈਗਾ ਕਿ ਪੀਪਲ ਆਰ ਨੋਟ ਫੀਲਿੰਗ ਵੈਲ, ਮੈਂਟਲ ਹੈਲਥ, ਕਿਉਂਕਿ ਚਲੋ ਜਿਹੜੀ ਵਾਇਰਸ ਦਾ ਥ੍ਰੈਟ ਹੈਗਾ ਉਹ ਤਾਂ ਹੈ ਹੀ ਹੈ, ਪਰ ਉਹਦੇ ਨਾਲ ਸੋਸਾਇਟੀ ਆਲਰੇਡੀ ਸਿੱਕ ਫੀਲ ਕਰ ਰਹੀ ਹੈ, ਉਹਦਾ ਕੀ ਕੀਤਾ ਜਾਏ। ਸੋ ਉਹਦੇ ਬਾਬਤ ਗੱਲ ਹੋ ਰਹੀ ਹੈ। ਅਤੇ ਇਹਦੀ ਜਿਹੜੀ ਸਿਕਨੈਸ ਆ, ਇਹ ਹੋਰ ਕਿਤੋਂ ਨਹੀਂ, ਇਹਦੇ ਰੂਟਸ ਫੈਮਿਲੀ 'ਚੋਂ ਲੱਭਣਗੇ ਤੁਹਾਨੂੰ। ਅਤੇ ਫੈਮਿਲੀ ਦੇ ਵਿੱਚ ਵੀ ਜਿਹਨੇ ਫੈਮਿਲੀ ਨੂੰ ਅਸਲ ਦੇ ਵਿੱਚ ਗਰੂਮਿੰਗ ਕਰਨੀ ਹੈ, ਜਿਹਨੇ ਫੈਮਿਲੀ ਨੂੰ ਅਸਲ ਸ਼ੇਪ ਦੇਣੀ ਹੈ, ਉਹ ਮਾਂ ਆ। ਮਾਂ ਦਾ ਰੋਲ ਬੜਾ ਵੱਡਾ ਆ। ਮਾਂ ਬੱਚੇ ਦੇ ਕੰਨ ਆ, ਅੱਖਾਂ ਆ। ਮਾਂ ਬੱਚੇ ਦੀ ਸਕਿਨ ਆ, ਫੀਲਿੰਗ ਆ। ਮਾਂ ਬੱਚੇ ਦਾ ਨੈਵੀਗੇਸ਼ਨ ਆ। ਮਾਂ ਬੱਚੇ ਦਾ ਮੈਂਟਰ ਆ। ਮਾਂ ਬੱਚੇ ਦਾ ਐਕਚੁਅਲ ਲੈਵਲ 'ਤੇ ਸਹੀ ਰੂਪ ਵਿੱਚ ਕਿਹਾ ਜਾਏ ਤਾਂ ਇੱਕ ਪ੍ਰੋਟੈਕਸ਼ਨ ਦੇਣ ਵਾਲੀ ਕਿੱਟ, ਪੂਰੀ ਦੀ ਪੂਰੀ ਕਿੱਟ ਆ। ਸੋ ਜਿੱਥੇ ਉਹ ਸਾਰੇ ਰੋਲ ਵਿੱਚ ਉਹਨੂੰ ਕੱਢ ਦਿਓਗੇ, ਦੈਨ ਹੂ ਇਜ਼ ਗੋਨਾ ਫੁਲਫਿਲ ਦੈਟ ਰੋਲ। ਉਹਦੇ ਲਈ ਥੋੜ੍ਹਾ ਬਹੁਤਾ ਇੱਧਰੋਂ ਉੱਧਰੋਂ ਹੋ ਸਕਦਾ ਆ। ਅਰਲੀ ਚਾਈਲਡ ਕੇਅਰ ਇਨਵੋਲਵ ਕਰ ਲਓ, ਉਹਦੇ ਅੰਦਰ ਜਿਹੜਾ ਹੈਗਾ ਡੇ ਕੇਅਰ ਆ ਜਾਏਗਾ, ਥੋੜ੍ਹਾ ਬਹੁਤਾ ਨੈਨੀ ਦਾ ਰੋਲ ਆ ਜਾਏਗਾ। ਉਸ ਤੋਂ ਬਾਅਦ ਜਿਹੜਾ ਹੈਗਾ ਪ੍ਰੀ ਸਕੂਲ ਕਰ ਲਓ, ਟੀਚਰਸ ਦਾ ਰੋਲ ਆ ਜਾਏਗਾ। ਬਟ ਲਿਟਰਲੀ ਤੌਰ 'ਤੇ ਜਿਸ ਦੀ ਐਨਰਜੀ ਉੱਥੇ ਉਨੇ ਰੂਪ ਵਿੱਚ ਲੱਗਣੀ ਚਾਹੀਦੀ ਹੈ, ਉਹਨੂੰ ਤੁਸੀਂ ਉੱਥੋਂ ਕੱਢ ਦਿੱਤਾ। ਤੋ ਸਾਰੇ ਦੇ ਨਾਲ ਮਸਲਾ ਤੁਹਾਡੇ ਸਾਹਮਣੇ ਹੀ ਅੱਜ। ਅਤੇ ਜਿਵੇਂ ਜਿਵੇਂ ਤੁਸੀਂ ਡਿਵੈਲਪ ਨੇਸ਼ਨਸ ਦੇ ਵਿੱਚ ਆ ਜਾਓਗੇ, ਜਿੱਥੇ ਰਿਸੋਰਸਿਸ ਬਹੁਤ ਨੇ, ਅਪੋਰਚੁਨਿਟੀਜ਼ ਬਹੁਤ ਨੇ, ਸਭ ਕੁਝ ਬਹੁਤ। ਅਤੇ ਕਈ ਵਾਰੀ ਜਿਹੜੇ ਬੱਚੇ ਜਾਂ ਜਿਹੜੇ ਲੋਕ ਉਹਨਾਂ ਮੁਲਕਾਂ ਤੋਂ ਆ ਰਹੇ ਨੇ ਜਿੱਥੇ ਰਿਸੋਰਸਿਸ ਘੱਟ ਨੇ, ਪੀਪਲ ਹੂ ਆਰ ਲੈਕਿੰਗ ਅ ਲੋਟ ਆਫ ਸਟਫ, ਅ ਲੋਟ ਆਫ ਐਕਚੁਅਲੀ ਅਪੋਰਚੁਨਿਟੀਜ਼, ਉਹ ਬੜੇ ਸਰਪ੍ਰਾਈਜ਼ ਹੁੰਦੇ ਨੇ ਕਿ ਇਹ ਸਭ ਹੋਣ ਦੇ ਬਾਵਜੂਦ
ये बच्चे क्यों नहीं अवेल कर पा रहे। छोटियां छोटियां चीज़ां, तुसीं मैंटल हैल्थ की गल कर रहे हो बच्चों, तुसीं देखोगे बच्चे नूं तुसीं कहो कि ओके तू सोशल एनग्जाइटी की हुंदी है, मेरा ख्याल दे इंडिया वर्गे मुल्क दे जिथे 140-45 करोड़ लोग कुरबल कुरबल कर रहे हैं, उन्होंने जाके पूछो सोशल एनग्जाइटी, आई डोंट थिंक दे वुड नो दैट व्हाट द सोशल एनग्जाइटी मीन। क्योंकि इहो जे हालातां दे विच, ते इस करके नहीं कि लोग बहुत ज़्यादा ने, इस करके क्योंकि अजे तक भी किते ना किते एक ट्रेडिशनल रोल तुहानूं किते ना किते नज़र पै जाएगा अफ्रीकन कंट्रीज़ दे विच, होर एशियन ममालिक दे विच। इत्थे एक कल्चर आ गया जिहड़ी साडी खास करके डायस्पोरा दी कम्यूनिटी है देश ते वैसे ही अपने आप नूं स्टैबलिश करन वास्ते, सैटल करन वास्ते वी पुट सो मच एफर्ट फॉर दैट। वी नीड एक्चुअली both parents work most of the time, and due to that reason they are tired, they have that much, they don't have that much energy, and at the same time don't have time. So how can they actually spend that much time to their raising their kids? So in that way definitely lacking is there, easily you can notice it. So ये चीज़ां उस रूप में आउंदियां। बाकी जिहड़ा सोशल स्ट्रक्चर बना दिता उहदे विच भी हैगा कि इन्हां मुल्खां 'च कल्चर बिल्ड किया गया कि जिहड़ी माँ आ लेडीज़ राइट्स की गल करदे हैं, उन्हां दे रोल की गल की कि वड्डे लैवल ते, तो मैं कई बार बेनती करदा एक माँ का रोल एक नवीं जिंदगी नूं जीवन देना, पालना संभालना, किसी भी होर बिजनेस संभालण तो, किसी भी होर जॉब करन तो छोटा किवें हो सकता है। ये तो बहुत वड्डा है, ये तो बल्कि एक नैक्सट लैवल ते है जिन्होंने गुरु बाबा जी ने बाणी कहा सी ना, सो क्यों मंदा आखिए जित जम्मै राजान। राजा बनना होर गल है, पर राजे की पैदाइश करके उन्होंने राजा बनाना ये उस तो कितने वड्डा रोल है। जे आप सही लैवल ते देखिए, लोग अलैग्जैंडर द ग्रेट पढ़ते हैं, उसकी गल करते हैं, जो हिस्टरी पढ़ोगे तो पता लगेगा वो जो सिकंदर आ असल च पिछे रोल किदा उसकी माँ का। माँ भी कौन आ, जो छोटा जहा मैं इंसीडेंट बयान करा तो वो च होंदा है कि जिवें ओलंपिक्स ने ग्रीक कल्चर चो आए ने, ओलंपिया देवी के नाम के अंदर सब कुछ जनरेट होया उत्थे हुंदा सीगा, ट्राइब सीगे, एक जिहड़ा ट्राइबल कल्चर सीगा उस तरीके दे नाल, तो उस कल्चर दे विच आपस में लड़ते बहुत सीगे, क्योंकि अक्सर होंदा है कि जिहड़े कबायली लोग ने, पीपल हू लिव इन ट्राइब्स, दे एक्चुअली हैव दैट काइंड ऑफ प्रॉब्लम। कुछ सियाणे ने कहा भी जे यही प्रॉब्लम आप एक काम करते हैं, आप साल एक दो यहो जे ईवेंट्स ऑर्गेनाइज करते हैं जिहदे तुसीं आप अपना जोहर विखा लो, लड़ना जरूर है, क्यों मरदे हो, लोगों मारदे हो। जिहड़ा कहंदा मैं बड़ा ताकतवर हाँ किसी भी फन दे विच, उत्थे फिर गेम्स ईजाद होईयां, स्पैशल तौर पर कोई ऐसा प्रोग्राम ऑर्गेनाइज करना, वो सारे लोगों ने आना, आप अपना फन का इजहारा करना, जोड़े लोग तगड़े होणगे उन्होंने इनाम दिता जाएगा, उन्होंने शाबाश होएगी। सो एक कल्चर डिवेलप किया ताकि जी ह्यूमन एनर्जी है उन्होंने प्रोडक्टिव वे यूज़ किया जाए, डिस्ट्रक्टिव वे नहीं, उन्होंने एक्चुअली इस तरीके नहीं कि मारा मारी च लग जाए। वो होर फिर हौली हौली करतब ऐड होंदे गए, कुछ इंटरटेन करने वास्ते, कुछ होर लोगों ने वक्रियां वक्रियां चीज़ां। वो ये होया कि वो एक कबीला बड़ा वड्डा, तो वह राजा उत्थे बैठा तो सब करवा रहा, उत्थे एक शख्स आया तो एक घोड़ा लैके आ, बड़ा ताकतवर घोड़ा, बड़ा वड्डा कद काठी करके, तो उन्हें आके वो घोड़ा प्रजेंट किया राजे नूं, ते राजे नूं प्रजेंट करदे होया क्या फिर राजन तेरे को बड़े वधिया वधिया घोड़ सवार है ने, यू हैव ए लॉट ऑफ पीपल हू कैन राइड डिफरेंट हॉर्सेस, सो लेट्स चेक जे कोई तेरा हॉर्स राइडर जोड़ा है, जोड़ा कोई तेरा बड़ा तगड़ा घोड़ सवार आ, वो मेरे घोड़े राइड कर सके थे। उन्हें कहा गल ही कुछ नहीं, उन्हें दो चार आवाज़ मारी, उन्होंने एफर्ट पाई, कोई नहीं, घोड़ा इतना मुँह जोर उत्ते नेड़े नहीं आने देंदा। वो तो सारे हुण डरन लग गए। अखीर गल करद्या सारिਆਂ ने कहा भी हाँ, वो राजा कहता भी वाकया जी भाई तेनों बड़ा इनाम देना चाहिए, ऐसा घोड़ा कमाल का कोई बंदा राइड ही नहीं कर सकता। वो कहता जनाब कोई तो की कर सकता, मैं भी नहीं कर सकता, मैं खुद पालिया संभालिया। खैर वो ये सारी बात हो रही है, तो राजा उन्होंने कुछ इनाम देने लगा, तो कहने लगा भी हाँ भाई वाकई जी बड़ी कमाल की चीज़ है, नस्ल घोड़ा, इनू अपने तबेले च रखते हैं, कितना मुल चाहिए तेन। उत्थे एक वणजारे आए ने, वणजारियां का एक ग्रुप आया है, पीपल हू एक्चुअली
wander here and there, that kind of community. ਉਹ ਜਦੋਂ ਆਏ ਨੇ ਉੱਥੇ ਤੋਂ ਵੇਖ ਰਹੇ ਨੇ ਤਾਂ ਉਹਨਾਂ 'ਚ ਇੱਕ ਲੜਕੀ ਹੈ ਉਸ ਵਣਜਾਰਿਆਂ ਦੇ ਗਰੁੱਪ ਦੇ ਵਿੱਚ, ਅਤੇ ਖੂਬਸੂਰਤ ਵੀ ਹੈ, ਜਵਾਨ ਵੀ ਹੈ, ਦਲੇਰ ਵੀ ਹੈ. ਸ਼ੀ ਇਜ਼ ਵੈਰੀ ਐਕਚੁਅਲੀ ਫੁੱਲ ਵਿਥ ਕਰੇਜ. She come in front of the line and she was asking Raja ki, Rajan, before you actually buy this horse, can I try one time? ਉਹ ਕਹਿੰਦਾ ਕਮਾਲ ਹੈ, ਕੁੜੀਏ ਇੱਥੇ ਵੱਡੇ ਵੱਡੇ ਸ਼ਾਹ ਸਵਾਰ ਹਾਰ ਗਏ ਤੇ ਇਹਦੀ ਕਿਹੜੀ ਗੱਲ ਹੈ? ਉਹ ਕਹਿੰਦੀ ਨਹੀਂ ਨਹੀਂ ਪਲੀਜ਼, ਮੈਂ ਇਹਨੂੰ ਜਿਹੜਾ ਹੈਗਾ. ਉਹ ਕਹਿੰਦਾ ਬਸ ਜੇ ਤੂੰ ਇਹ ਰਾਈਡ ਕਰਦੇ ਤੈਨੂੰ ਮੂੰਹ ਮੰਗਿਆ ਨਾਮ ਤੈਨੂੰ ਮਿਲੇਗਾ, ਘੋੜਾ ਹੀ ਤੈਨੂੰ ਦੇ ਦਿਆਂਗੇ, ਚ ਕਿਹੜੀ ਗੱਲ ਹੈ? ਉਹ ਕਹਿੰਦੇ ਠੀਕ ਹੈ, ਪਰ ਉਹ ਕਹਿੰਦੀ ਮੈਂ ਇਹਨੂੰ ਜ਼ਰੂਰ ਰਾਈਡ ਜ਼ਰੂਰ ਕਰਾਂਗੀ, ਪਰ ਤੁਹਾਡੇ ਸਾਹਮਣੇ ਨਹੀਂ, ਗਿਵ ਮੀ ਸਮ ਟਾਈਮ. ਉਹ ਕਹਿੰਦਾ ਟੇਕ ਯੂਰ ਟਾਈਮ. ਉਹਨੇ ਘੋੜਾ ਫੜਿਆ, ਦੂਰ ਲੈ ਗਈ. ਦੂਰ ਲੈ ਗਈ ਤਾਂ ਥੋੜ੍ਹੀ ਦੇਰ ਬਾਅਦ ਕੀ ਦੇਖਦੇ ਨੇ ਕਿ ਉਹ ਘੋੜੇ 'ਤੇ ਸਵਾਰ ਹੋ ਕੇ ਤੁਰੀ ਆਉਂਦੀ ਹੈ, ਇੱਕ ਡਿਫਰੈਂਟ ਡਾਇਰੈਕਸ਼ਨ ਤੋਂ, ਹੌਲੀ ਹੌਲੀ ਕਰਕੇ. ਉਹ ਡਿਫਰੈਂਟ ਡਾਇਰੈਕਸ਼ਨ ਤੋਂ ਆਉਂਦੀ ਹੋਈ ਜਿੱਧਰੋਂ ਗਈ ਉੱਧਰ ਨਹੀਂ, ਇੱਕ ਵੱਖਰੀ ਡਾਇਰੈਕਸ਼ਨ 'ਚੋਂ ਆਈ ਹੈ ਅਤੇ ਇੱਕ ਜਗ੍ਹਾ 'ਤੇ ਘੋੜਾ ਲਿਆ ਖੜਾ ਕਰ ਲਿਆ. ਖੜਾ ਕਰ ਲਿਆ ਅਤੇ ਰਾਜਾ ਪੁੱਛਦਾ ਕਮਾਲ ਹੋ ਗਈ, ਹਾਂ ਤੇ ਮਤਲਬ ਇਹ ਤਾਂ ਕਦੀ ਹੋ ਹੀ ਨਹੀਂ ਸਕਦਾ ਵੀ ਇਸ ਤਰੀਕੇ ਨਾਲ ਮੈਂ ਇੱਕ ਦੇਖਿਆ ਅੱਖਾਂ ਨਾਲ ਚਮਤਕਾਰ. ਕੁੜੀਏ ਏਡੀ ਦਲੇਰ, ਏਡੀ ਤਗੜੀ, ਕੀਤਾ ਕੀ ਹੈ ਤੁਸੀਂ ਘੋੜੇ ਨੂੰ? ਉਹ ਕਹਿੰਦੀ ਰਾਜਨ ਪਹਿਲਾਂ ਮੈਨੂੰ ਦੱਸ ਦਿਆਂ ਕਿ ਇਸ ਘੋੜੇ ਦਾ ਕੌਡੀ ਦਾ ਮੁੱਲ ਨਹੀਂ ਹੈਗਾ. ਦੈਟ ਇਜ਼ ਐਕਚੁਅਲੀ ਨੋਟ ਵਰਥ ਟੂ ਬਾਏ ਐਟ ਆਲ. ਇਟਸ ਵੇਸਟੇਜ ਆਫ ਮਨੀ. ਡੋਂਟ ਟਰਾਈ ਟੂ ਬਾਏ ਇਟ. ਉਹ ਕਹਿੰਦਾ ਵਾਟ ਯੂ ਆਰ ਸੇਇੰਗ? ਇਹ ਤਾਂ ਬੜਾ ਤਗੜਾ ਘੋੜਾ ਹੈ, ਤੇ ਕਿਸੇ ਨੂੰ ਤੂੰ ਸਵਾਰੀ ਕਰ ਲਈ ਹੈ ਵੱਖਰੀ ਗੱਲ ਹੈ, ਪਰ ਇਹ ਥੋੜ੍ਹਾ ਗੱਲ ਹੈ ਵੀ ਇਹ ਘੋੜੇ ਦੀ ਵੈਲਿਊ ਨਹੀਂ. ਉਹ ਕਹਿੰਦੀ ਕੋਈ ਵੈਲਿਊ ਨਹੀਂ ਹੈਗੀ. ਅਸਲ 'ਚ ਘੋੜਾ ਜਿਹੜਾ ਆ ਇਹ ਸਵਾਰੀ ਤਾਂ ਨਹੀਂ ਕਰਨ ਦੇ ਰਿਹਾ ਕਿਉਂਕਿ ਇਹ ਘੋੜਾ ਡਰਪੋਕ ਹੈ, ਇਹ ਆਪਣੀ ਪਰਛਾਈ ਤੋਂ ਡਰਦਾ. ਇਹ ਸਵਾਰ ਤੋਂ ਨਹੀਂ ਡਰ ਰਿਹਾ, ਆਪਣੇ ਆਪ ਆਪਣੀ ਪਰਛਾਈ ਤੋਂ ਡਰਦਾ ਭੱਜ ਰਿਹਾ ਹੈਗਾ. ਮੈਂ ਇਹਨੂੰ ਛਾਂ ਵਿੱਚ ਲੈ ਗਈ, ਥੋੜ੍ਹੀ ਦੂਰ ਜਾ ਕੇ ਉਹ ਦਰਖਤਾਂ ਦੀ, ਉੱਥੇ ਜਾ ਕੇ ਇਹਨੂੰ ਛਾਂ ਦਿਸਣ, ਜਿਹੜੀ ਆਪਣੀ ਸ਼ੈਡੋ ਦਿਸਣੀ ਬੰਦ ਹੋ ਗਈ. ਮੈਂ ਸਵਾਰੀ ਕਰ ਲਈ, ਫਿਰ ਮੈਨੂੰ ਇਸ ਡਾਇਰੈਕਸ਼ਨ 'ਚ ਲੈ ਕੇ ਆਈਆਂ. ਹੁਣ ਦੇਖ ਇਹਦੀ ਜਿਹੜੀ ਸ਼ੈਡੋ ਇਹਦੇ ਪੈਰਾਂ 'ਚ ਆ, ਇਹ ਲੱਭ ਰਿਹਾ ਆਲੇ ਦੁਆਲੇ. ਜਿਵੇਂ ਇਹਨੂੰ ਛਾਂ ਦਿਸੀ ਇਹਨੇ ਫਿਰ ਡਰਨਾ, ਫਿਰ ਭੱਜਣਾ. ਨਾਲ ਹੀ ਉਹਨੇ ਘੋੜੇ ਤੋਂ ਛਾਲ ਮਾਰ ਕੇ ਥੱਲੇ ਉਤਰ ਕੇ ਤੇ ਉਹ ਘੋੜਾ ਜਿਹਦਾ ਸੀਗਾ ਉਹਨੂੰ ਫੜਾ ਤਾ. ਰਾਜਾ ਬੜਾ ਹੈਰਾਨ ਹੋਇਆ. ਉਹ ਕਹਿੰਦਾ ਕਮਾਲ ਹੈ, ਇਤਨੀ ਜਿਹੜੀ ਹੈ ਵਿਜ਼ਡਮ, ਇਤਨੀ ਜ਼ਿਆਦਾ ਸਮਝ, ਇਤਨੀ ਮਤਲਬ ਇਹ ਕਹਿ ਲਓ ਵੀ ਕੋਮਨ ਸੈਂਸ ਨੂੰ ਤਾਂ ਇੱਕ ਪਾਸੇ ਰੱਖੋ, ਇਹ ਤਾਂ ਸਿਕਸ ਸੈਂਸ ਹੈ, ਤੇ ਇੰਨੀ ਸੈਂਸ ਹੈ ਇਸ ਲੜਕੀ. ਰਾਜੇ ਨੇ ਉਹਦੇ ਨਾਲ ਵਿਆਹ ਕੀਤਾ, ਫਿਰ ਆਫਰ ਕੀਤਾ ਵੀ ਜੇ ਤੂੰ ਮੇਰੇ ਨਾਲ ਵਿਆਹ ਕਰਾ ਲਵੇਂ ਤੇ. ਉਸ ਵਣਜਾਰਿਆਂ ਦੀ ਕੁੜੀ ਦੀ ਕੁੱਖ ਤੋਂ ਜਿਹੜਾ ਬੱਚਾ ਪੈਦਾ ਹੋਇਆ ਉਹਦਾ ਨਾਂ ਸੀ ਅਲੈਗਜ਼ੈਂਡਰ, ਸਿਕੰਦਰ. ਸਿਕੰਦਰ ਆਪਣੇ ਆਪ 'ਚ ਕਹਿੰਦੇ ਕੁਝ ਵੀ ਨਹੀਂ ਸੀਗਾ. ਅਸਲ ਜੋ ਸੁਪਨੇ ਉਹਦੀਆਂ ਅੱਖਾਂ 'ਚ ਪਾਏ ਉਹਦੀ ਮਾਂ ਨੇ ਪਾਏ ਸੀਗੇ. ਜਦੋਂ ਦੀ ਡੈਥ ਵੀ ਹੁੰਦੀ ਆ ਅਖੀਰ ਦੇ ਵਿੱਚ ਆਪਣੀ ਮਾਂ ਨੂੰ ਯਾਦ ਕਰਦਾ ਹੋਇਆ ਮਰਦਾ ਹੈ, ਕਿਉਂਕਿ ਉਹਦੇ ਨਾਲ ਵਾਅਦਾ ਕਰਕੇ ਆਇਆ ਸੀਗਾ ਮੈਂ ਜਿੱਤਣ ਦੁਨੀਆ ਚੱਲਾਂ, ਜਿੱਤ ਕੇ ਵਾਪਸ ਆਵਾਂਗਾ, ਜਿਉਂਦਾ ਤੈਨੂੰ ਮਿਲਾਂਗਾ ਆ ਕੇ. ਲਿਟਰੇਚਰ ਇਹ ਕਹਿੰਦਾ ਜਦੋਂ ਆਖਰੀ ਸਮੇਂ ਉਹਦਾ ਬੇੜਾ ਅਜੇ ਭਾਰਤੀ ਸਮੁੰਦਰ 'ਚ ਸੀਗਾ, ਕਿਉਂਕਿ ਬੇੜੇ ਥਰੂ ਨੂੰ ਲਿਆ ਰਹੇ ਸੀਗੇ, ਉਹ ਕਹਿ ਰਿਹਾ ਸੀਗਾ ਮੇਰੀ ਮਾਂ ਨੂੰ ਮੇਰੇ ਵੱਲੋਂ ਮੁਆਫੀ ਕਿਹਾ ਜੇ, ਤੇ ਕਿਹਾ ਜੇ ਮੈਂ ਆਪਣੇ ਕੀਤੇ ਵਾਅਦੇ ਨੂੰ ਪੂਰਾ ਨਹੀਂ ਕਰ ਸਕਿਆ. ਸੋ ਇੱਕ ਬਾਤ ਇਹਦੇ 'ਚ ਮੈਂ ਬੇਨਤੀ ਕੀਤੀ, ਜਿਹੜੀ ਕਿ ਰੋਲ ਕਿਹਦਾ ਆ? ਰੋਲ ਇਹਦੇ 'ਚ ਉਸ ਮਾਂ ਦਾ ਆ, ਉਸ ਔਰਤ ਦਾ ਆ. ਇਹ ਰੋਲ ਕਿਵੇਂ ਛੋਟਾ ਹੋ ਸਕਦਾ? ਫਿਰ ਹੋਰ ਬਹੁਤ ਸਾਰੇ ਰੰਗ ਨੇ. ਅਸੀਂ ਮਹਾਰਾਜਾ ਰਣਜੀਤ ਸਿੰਘ ਨੂੰ ਉਹਨਾਂ ਨੂੰ ਚੇਤੇ ਕਰਦੇ ਹਾਂ. ਉਹਨਾਂ ਦੀ ਪਰਸਨੈਲਿਟੀ ਦੇ 'ਚ ਉਹਨਾਂ ਦਾ ਜਿਹੜਾ ਪਰਸੋਨਾ ਆ, ਉਹ ਕੈਲੀਬਰ ਆ, ਉਹਨੂੰ ਡਿਵੈਲਪ ਕਰਨ ਦੇ ਜਿਹੜਾ ਰੋਲ ਸਦਾ ਕੌਰ ਦਾ ਆ, ਉਹਨਾਂ ਦੀ ਸੱਸ ਦਾ, ਉਹਨੂੰ ਕਿਸੇ ਲੈਵਲ 'ਤੇ ਤੁਸੀਂ ਮਾਈਨਸ ਨਹੀਂ ਕਰ ਸਕਦੇ. ਕਨ੍ਹੱਈਆ ਮਿਸ਼ਨ ਦੀ ਉਹ ਮਿਸ਼ਲਦਾਰ ਸੀਗੇ, ਅਤੇ ਉਹਨਾਂ ਨੇ ਪਹਿਲੀ ਵਾਰ ਦੇਖਿਆ ਇਸ ਲੜਕੇ 'ਚ ਕੋਈ ਖੂਬੀ ਆ. ਆਪਣੀ ਬੇਟੀ ਦਾ ਰਿਸ਼ਤਾ ਦਿੱਤਾ. ਇਕੱਲਾ ਇਹ ਹੀ ਨਹੀਂ, ਉਹਨਾਂ ਨੇ ਪੂਰੀ ਸਪੋਰਟ ਦਿੱਤੀ. ਉਸ ਤੋਂ ਬਾਅਦ ਇੱਕ ਮੂਵਮੈਂਟ ਡਿਵੈਲਪ ਹੋਈ, ਇੱਕ ਮੂਵ ਬਣਿਆ. ਉਸ ਮੂਵ ਦੇ ਵਿੱਚੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਤਵਾਰੀਖ ਦਾ ਰੰਗ ਲੈ ਕੇ ਪੈਦਾ ਹੋਇਆ, ਜਿਹੜਾ ਪੰਜਾਬ ਪਹਿਲਾ ਤੇ ਆਖਰੀ ਐਸਾ ਰੰਗ ਆ ਜਿਹੜਾ ਕੇਸਰੀ ਰੰਗ ਦੇ ਵਿੱਚ ਪੰਜਾਬ ਕੇਸਰੀ ਸ਼ੇਰ ਨੂੰ ਕਹਿੰਦੇ ਨੇ ਅਸਲ ਉਹਨਾਂ ਦਾ ਤਖੱਲੁਸ ਹੈ, ਉਸ ਰੂਪ ਵਿੱਚ ਤਸੱਵੁਰ ਪ੍ਰਾਪਤ ਕਰਦਾ ਆ. ਸੋ ਦੇਰ ਆਰ ਸੋ ਮੈਨੀ ਅਦਰ ਐਗਜ਼ਾਮਪਲਸ ਵੀ ਕੈਨ ਐਕਚੁਅਲੀ ਕੀਪ ਔਨ ਟਾਕਿੰਗ ਅਬਾਊਟ ਦੈਮ, ਬਟ ਲੈਟਸ ਕਮ ਔਨ ਦਿਸ ਐਕਚੁਅਲੀ ਸ਼ਬਦ ਜੋ ਬਾਬਾ ਜੀ ਨੇ ਬਾਤ ਕੀਤੀ ਹੈਗੀ, ਉਹ ਹੈਗੀ ਇਸਤਰੀ ਦੇ ਰੋਲ ਨੂੰ ਸਮਾਜ ਸੰਸਾਰ ਦੇ ਵਿੱਚ. ਪਰ ਉਹ ਤਾਂ ਆ ਜੇ ਆਪਣੇ ਰੋਲ ਨੂੰ ਪਹਿਚਾਨੇ ਤੇ, ਅਦਰਵਾਈਜ਼ ਜਿਵੇਂ ਅੱਜ ਦੀ ਦੁਨੀਆ ਅਸੀਂ ਦੇਖੀਏ ਇਹਦੇ 'ਚ ਇਹ ਹੈ ਕਿ ਇਸਤਰੀ ਨੂੰ ਇੱਕ ਓਬਜੈਕਟ ਦੇ ਤੌਰ 'ਤੇ ਡੀਲ ਕੀਤਾ ਗਿਆ. ਵੈਸਟਰਨਾਈਜ਼ ਸੋਸਾਇਟੀ ਨੇ ਇੱਥੇ ਇਸਤਰੀ ਦੀ ਕਾਬਲੀਅਤ ਉਹਦੀ ਲੁੱਕ ਤੋਂ ਵੱਧ ਨਹੀਂ ਹੈ. ਦੈਟ ਇਜ਼ ਅਨਫੋਰਚੂਨੇਟ ਪਾਰਟ ਹੈ.
मतलब कोई किसी किस्म का ਉਹਦਾ रंग आ रूप आ ਉਹਦਾ ਦਿੱਖ ਆ ਉਸ ਰੂਪ ਦੇ ਵਿੱਚ हर लैवल ਤੇ ਉਹ ਗੋਰਜੀਅਸ ਆ, ਉਹ ਵਧੀਆ ਆ। पर ਇਹਦਾ ਸੈਲਫ ਕੌਨਫੀਡੈਂਸ ਉਹਦੇ ਵਿੱਚ ਹੋਏ, ਆਪਣੇ 'ਚ ਹੋਏ ਤਾਂ ਆ ਨਾ। ਬਾਕੀ ਜ਼ਿੰਦਗੀ ਜਿਹੜੀ ਹੈ ਇਹ ਬਾਹਰਲੀ ਦਿੱਖ ਨਾਲ ਕਦੀ ਵੱਡੀ ਨਹੀਂ ਹੁੰਦੀ, ਇਹ ਤੇ ਗੁਣਾਂ ਨਾਲ ਵੱਡੀ ਹੁੰਦੀ ਹੈ। ਤੇ ਗੁਣਾਂ ਦੇ ਵਿੱਚ ਵੀ ਸਮਾਜ ਦੇ ਵਿੱਚ ਆਪਣੇ ਆਪ ਨੂੰ ਉਸ ਲੈਵਲ ਤੇ ਲੈ ਕੇ ਜਾਣਾ, ਸਮਾਜ ਦੇ ਵਿੱਚ ਆਪਣੇ ਰੋਲ ਨੂੰ ਪਹਿਚਾਨਣਾ। ਮੈਂ ਇੱਕ ਐਗਜ਼ਾਮਪਲ ਹੋਰ ਦੇਣਾ, ਬੇਬੇ ਨਾਨਕੀ ਦੀ ਬਾਤ ਕੀਤੀ ਸੀ ਪਿਛਲੇ ਦਿਨਾਂ ਦੇ ਵਿੱਚ। ਸਾਨੂੰ ਇਤਿਹਾਸ 'ਚ ਪੜ੍ਹਨ ਨੂੰ ਮਿਲਦਾ ਹੈ, ਕਈ ਵਾਰ ਪ੍ਰਿੰਸੀਪਲ ਸਤਬੀਰ ਸਿੰਘ ਬੜੀ ਪਿਆਰੀ ਗੱਲ ਲਿਖਦੇ। ਉਹ ਕਹਿੰਦੇ ਜੋ ਸਾਡੇ ਘਰ ਕੀਰਤਨ ਹੁੰਦਾ ਹੈ ਨਾ, when we listen some musical instruments, either it's harmonium or rabab or tanpura or dilruba or tabla, mridang, ढोलक, anything, don't think these are just musical instruments। ਉਹ ਕਹਿੰਦੇ ਸਿਰਫ ਮਿਊਜ਼ੀਕਲ ਇੰਸਟਰੂਮੈਂਟ ਦੀ ਆਵਾਜ਼ ਨਹੀਂ ਹੈ, ਇਹ ਆਵਾਜ਼ ਕਿਸੇ ਹੋਰ ਚੀਜ਼ ਦੀ ਹੈ। ਕਿਹੜੀ ਹੋਰ ਚੀਜ਼ ਆ ਉਹ? ਜਦੋਂ ਗੁਰੂ ਨਾਨਕ ਸਾਹਿਬ ਪਹਿਲੀ ਉਦਾਸੀ 'ਤੇ ਜਾਣ ਵਾਸਤੇ ਡਿਸਾਈਡ ਕਰਦੇ ਨੇ, ਕਹਿੰਦੇ ਮੈਂ ਪਹਿਲੀ ਉਦਾਸੀ 'ਤੇ ਜਾਣਾ ਆ, ਸੁਲਤਾਨਪੁਰ ਤੋਂ ਆਪਣੀ ਪਹਿਲੀ ਉਦਾਸੀ ਸ਼ੁਰੂ ਕਰਨੇ ਜਰਨੀ। ਅਤੇ ਸਭ ਨੂੰ ਪਤਾ ਆਲੇ ਦੁਆਲੇ, ਬੇਬੇ ਨਾਨਕੀ ਜੀ ਨੂੰ ਪਤਾ ਹੈ। ਜਦੋਂ ਤੁਰਨ ਲੱਗੇ ਨੇ ਘਰੋਂ, ਉਸ ਵਕਤ ਮੈਸੇਜ ਆਇਆ ਹੈ ਕਿ ਬੇਬੇ ਨਾਨਕੀ ਜੀ ਨੇ ਤੁਹਾਨੂੰ ਕਿਹਾ ਵੀ ਅਜੇ ਚੱਲਿਓ ਨਾ, ਤੁਰਿਓ ਨਾ, ਚਾਲੇ ਨਾ ਪਾਇਓ, ਕਿਉਂਕਿ ਮੈਂ ਆ ਰਹੀ ਹਾਂ ਮਿਲਣ ਵਾਸਤੇ। ਬਾਬਾ ਨਾਨਕ ਜੀ ਭਾਈ ਮਰਦਾਨਾ ਜੀ ਨਾਲ ਠਹਿਰ ਗਏ। ਜਦੋਂ ਆਏ ਤੇ ਆ ਕੇ ਗੁਰੂ ਨਾਨਕ ਸਾਹਿਬ ਨਾਲ ਤੇ ਮੁਲਾਕਾਤ ਹੋਈ। ਮਰਦਾਨੇ ਨੂੰ ਕੋਲ ਬੁਲਾਇਆ ਬੇਬੇ ਨਾਨਕੀ ਜੀ ਨੇ, ਤੇ ਇੱਕ ਕੱਪੜੇ ਦੇ ਵਿੱਚ ਖੇਸ ਕਹਿੰਦੇ ਨੇ, ਜਿਹੜਾ ਉੱਨ ਦਾ ਬਣਿਆ, ਜਿਹੜਾ ਸੂਤ ਦਾ ਬਣਿਆ ਹੋਇਆ ਹੁੰਦਾ, ਇੱਕ ਹੈਂਡਮੇਡ ਜਿਹੜੀ ਚਾਦਰ ਹੁੰਦੀ ਹੈ, ਉਸ ਜੋ ਹੈ ਉਸ ਸ਼ੀਟ ਦੇ ਵਿੱਚ ਉਹਨਾਂ ਨੇ ਉਹਨੂੰ ਉਤਾਰਿਆ, ਅਨਕਵਰ ਕੀਤਾ, ਅਤੇ ਉਹਦੇ ਵਿੱਚ ਇੱਕ ਬੜੀ ਸ਼ਾਨਦਾਰ ਰਬਾਬ ਉਹ ਨਿਕਲੀ। ਉਹ ਭਾਈ ਮਰਦਾਨਾ ਜੀ ਨੂੰ ਗੁਰੂ ਬੇਬੇ ਨਾਨਕੀ ਜੀ ਨੇ ਆਫਰ ਕੀਤੀ, ਦਿੱਤੀ, ਅਤੇ ਕਿਹਾ ਮੇਰੇ ਵੀਰ ਨੂੰ ਜਦੋਂ ਕਿਤੇ ਵੀ ਇਹ ਆਵਾਜ਼ ਦੇਵੇ ਤੇ ਇਹਨੇ ਇਹ ਰਾਗ ਦੇ ਵਿੱਚ ਕਰਤਾਰ ਦੀ ਸਿਫਤ ਕਰਦਾ ਆ, ਉਹ ਕਹੇ ਤੇ ਤੂੰ ਇਹਨੂੰ ਵਜਾਉਣਾ ਆ, ਇਹ ਰਬਾਬ ਵਜਾਉਣੀ ਹੈ, ਮੇਰੇ ਵੱਲੋਂ ਮੇਰੇ ਵੀਰ ਦੇ ਕੀਰਤਨ ਲਈ ਇੱਕ ਭੇਟ ਆ। ਪ੍ਰਿੰਸੀਪਲ ਸਤਬੀਰ ਸਿੰਘ ਲਿਖਦੇ ਕਿ ਇਹ ਜਿਹੜੀ ਰਬਾਬ ਹੈ ਤੋਹਫਾ ਕੀਰਤਨ ਦੇ ਰੂਪ ਵਿੱਚ ਸਾਨੂੰ ਸਿੱਖ ਸਮਾਜ ਨੂੰ, ਮਾਨਵਤਾ ਨੂੰ ਪ੍ਰਾਪਤ ਹੋਇਆ। ਬੇਬੇ ਨਾਨਕੀ ਜੀ ਦੇ ਦਿੱਤੇ ਉਸ ਤੋਹਫੇ ਨੂੰ ਗੁਰੂ ਨਾਨਕ ਸਾਹਿਬ ਨੇ ਬੜੇ ਧਿਆਨ ਨਾਲ ਦੇਖਿਆ, ਤੇ ਦੇਖ ਕੇ ਕਹਿਣ ਲੱਗੇ, ਭੈਣ ਤੁਹਾਡਾ ਸ਼ੁਕਰੀਆ, ਪਰ ਭੈਣ ਇਹ ਮਹਿੰਗੀ ਬਹੁਤ ਹੋਏਗੀ। ਕਹਿੰਦੇ ਨੇ ਜਿਹੜਾ ਸਿਰੰਦਾ ਨਾਂ ਦਾ ਕਾਰੀਗਰ ਸੀਗਾ, ਇਹ ਉਹਨੇ ਬਣਾਈ ਸੀਗੀ, ਬਹੁਤ ਕੀਮਤੀ ਰਬਾਬ ਸੀ। ਭੈਣ ਤੇ ਮਹਿੰਗੀ ਬਹੁਤ ਹੋਏਗੀ, ਦੇਖਣ ਨੂੰ ਲੱਗਦਾ ਇਹਦੀ ਉਸ ਰੂਪ ਦੇ ਵਿੱਚ। ਤੇ ਆਵਾਜ਼ ਇਹ ਦਿੱਤੀ ਗਈ ਬੇਬੇ ਨਾਨਕੀ ਦੁਆਰਾ, ਕਹਿਣ ਲੱਗੇ ਵੀਰ ਗੱਲ ਇਹ ਹੈ ਕਿ ਜਿਹੜੇ ਮੇਰੇ ਗਹਿਣੇ, ਮੇਰੇ ਪੇਕੇ ਘਰੋਂ ਵੀ ਬਹੁਤ ਸਾਰੇ ਆਏ ਸੀ, ਸਹੁਰੇ ਘਰੋਂ ਵੀ ਇਤਨੇ ਸਾਰੇ ਸੀਗੇ, ਅਤੇ ਤੁਹਾਨੂੰ ਪਤਾ ਮੈਨੂੰ ਤਾਂ ਕੋਈ ਗਹਿਣਿਆਂ ਦਾ ਸ਼ੌਂਕ ਨਹੀਂ ਹੈਗਾ, ਮੈਂ ਤਾਂ ਗਹਿਣੇ ਪਾਉਂਦੀ ਨਹੀਂ ਸੀ ਬਹੁਤੇ, ਬਸ ਉਹ ਗਹਿਣਿਆਂ ਦੇ ਬਦਲੇ ਲੈ ਆਈ ਹਾਂ। ਪ੍ਰਿੰਸੀਪਲ ਸਤਵੀਰ ਸਿੰਘ ਕਹਿੰਦੇ ਜਦੋਂ ਸਾਡੇ ਘਰ ਕੀਰਤਨ ਹੁੰਦਾ ਹੈ, ਵੈਨ ਰਾਗੀ ਸਾਹਿਬਾਨ ਐਕਚੁਅਲੀ they play the music instruments, don't think those are the music instruments, that is the voice of Bebe Nanki's jewel pieces। ਇਹ ਉਹਨਾਂ ਦੇ ਉਸ ਗਹਿਣਿਆਂ ਦੀ ਛਨਕਾਰ ਆ ਜਿਹੜੀ ਉਹਨਾਂ ਨੇ ਕਦੀ ਇਸ ਰੂਪ ਦੇ ਚ ਦੱਸਿਆ, ਤੇ ਇੱਕ ਛੋਟੀ ਬਾਤ ਨਹੀਂ ਹੈ। ਅੱਜ ਤੱਕ ਵੀ ਸਮਾਜਾਂ 'ਚ ਤੁਸੀਂ ਦੇਖੋ ਹਾਰ ਸ਼ਿੰਗਾਰ ਤੇ ਇਹਨਾਂ ਚੀਜ਼ਾਂ ਤੇ ਬਹੁਤ ਫੋਕਸ ਆ, ਤੇ ਇਸਤਰੀ ਇਕੱਲੀ ਨੂੰ ਮੈਂ ਜ਼ਿੰਮੇਵਾਰ ਨਹੀਂ ਸਮਝਦਾ, ਬੰਦਾ ਵੀ, ਕਿਉਂਕਿ ਸੁਸਾਇਟੀ ਇਸ ਕੀਤੀ ਬਿਲਡ ਕੀਤੀ ਗਈ। ਆਬਜੈਕਟ ਬਣ ਕੇ ਆਪਣੇ ਆਪ ਨੂੰ ਇੱਕ ਵਸਤ ਦੇ ਰੂਪ ਵਿੱਚ ਪ੍ਰੈਜ਼ੈਂਟ ਕਰਨਾ, ਇਹ ਕਿਸੇ ਸਮਾਜ ਦੀ ਕੋਈ ਤਰੱਕੀ ਦਾ ਹਿੱਸਾ ਨਹੀਂ ਹੈਗਾ। ਸਮਾਜ ਉਦੋਂ ਹੀ ਅੱਗੇ ਵੱਧਦਾ ਹੈ ਜਦੋਂ ਬੰਦੇ ਦੀ ਪਰਸਨੈਲਿਟੀ ਦੇ ਵਿੱਚ ਇੱਕ ਕੰਪਲੀਟ ਡਿਵੈਲਪਮੈਂਟ ਤੇ ਬੈਟਰਮੈਂਟ ਦੀ ਗੱਲ ਹੋਏ, ਤੇ ਉਹ ਤਾਂ ਹੋ ਸਕਦੀ ਹੈ ਜੇ ਉਹਦੇ 'ਚੋਂ ਕੈਲੀਬਰ ਹੋਏ, ਉਹ ਗੁਣ ਹੋਏ, ਉਹਦੇ ਰੋਲ ਦੀ ਉਸ ਨੂੰ ਪਹਿਚਾਨ ਹੋਏ। ਬਾਬਾ ਜੀ ਨੇ ਜਿਹੜੀ ਆਹ ਬਾਤ ਕੀਤੀ ਗੁਰੂ ਨਾਨਕ ਸਾਹਿਬ ਨੇ, ਮਹਾਰਾਜ ਕਹਿੰਦੇ ਹਾਂ ਇੰਨੀ ਟੋਲੀ ਪੁੱਲੀਅਸ ਤਿਸ ਕੰਤ ਨਾ ਬੈਠੀ ਪਾਸ ਜਿਓ, ਜਿਹੜੀ ਬਾਤ ਹੈ, ਸੇ ਵਸਤੂ ਸ਼ਹਿ ਦਿੱਤੀਆਂ ਮੈਂ ਤਿਨਸਿਓ ਲਾਇਆ ਚਿੱਤ ਜਿਓ, ਜਿਹੜੀਆਂ ਵਸਤੂਆਂ ਮੇਰੇ ਸ਼ੌਹ ਨੇ ਮੈਨੂੰ ਦਿੱਤੀਆਂ, ਮੈਂ ਉਹਨਾਂ 'ਚ ਗਲਤਾਨ ਹੋ ਗਈ। ਘਰਾਂ 'ਚ ਸੁਆਣੀਆਂ,
घर दा समान, वस्तां रस्तां, इन्हां दे मगर इन्हां दी भुख, इन्हां दी लालसा उस रूप विच साडे समाजां दे विच भी कोई बहुत ज़्यादा इस बाबत जिहड़ा देखिया जाए ना तो आप एहसास करोगे लोग परिवारां दे रिश्ते करन लगे आ, खास करके बेटियां दे ते अगले घर दे च समान किन्ना आ, इदियां देख इस चीज़ जोर पाया जाता। फिर जिथे किते रिश्ते हुंदे वो भी ये देखते अच्छा इहदा दाज दहेज की आएगा, साजो समान। जिहड़ी उस इंडिविजुअल्स की सही परसनैलिटी आ उन्होंने तो ना कोई देखता ना कोई एवैलूएट कर पाउंदा। गुरु बाबा जी अगे बात लिखी जिहड़ी महाराज कहते मंदर मिट्टी संदड़े पत्थर कीते रास जियो। मंदर मिट्टी संदड़े महलवाड़ियाँ घर मकान, वैसे कहते घर सुआणियां नाल बनदा, बिल्कुल ठीक है, पर वो सुआणियां ही घरां विच रहण वाले जियां नूं दसदियां ने घर पत्थरां दा नहीं गा, घर सिर्फ इट्टां दा ते संगे मरमर दा नहीं गा। इफ यू हैव जस्ट एवरीथिंग वेरी blink एंड वेरी नाइस exteriors or interiors and then you have really good furniture, ये सब चीज़ां ये घर नहीं गा। ये बाबत असी खुद बजाते पढ़ना होए तो प्रिंसीपल तेजा सिंह की महान रचना पढ़ी जा सकती, घर का प्यार। वो कहते घर किसी साजो समान नाल भी कदी बनया, घर ते घर विच रहण वाले जियां दे प्यार नाल बनदा आ। ते प्यार का सब तो मरकजी सोर्स जिहड़ा आ वो घर की सुआणी है। वो भावें सੱਸ आ, भावें ਨੂੰਹ आ, भावें दादी है, भावें माँ आ, कोई भी किसी रोल दे विच। ते जिस सुआणी दे विच सिर्फ आले दुआले दे सब चीज़ां होर सब रोल नूं छड्ड के सिर्फ वस्तां रस्तां च जिहड़ी सुरत गलतान हो गई, अल्टीमेटली होएगा कि सोसाइटी जिहड़ी है इसे करके गर्क होंदी है। साडे उस समाज विच असीं देखदे हां, तुसीं देखो अज जिहड़े हालात ने, करसानी दे बाबत गल्लां हो रही ने, ऑर्डीनेंस पास हो गया है, स्ट्रगल हो रही है, लोग रौला पा रहे हैं, पर ये रूट्स इत्थे नहीं है, इस ऑर्डीनेंस च नहीं है, ये रूट्स बहुत पिछे पे ने। जदों ग्रीन रेवोल्यूशन भी आउंदा आ, जदों बाहर दियां कंपनियां उत्थे लिजा के यूरिया DAP रेओ खादां लैके जांदियां ने, जदों पैसटीसाइड्स जांदे ने, सब कुछ जांदा आ, किसान किवें दौड़ दौड़ के उन्होंने मगर भजदा आ। क्यों? उन्होंने लगता है कि वध तो वध फसल पैदा करके वध तो वध सरमाया इकट्ठा करके फिर विलासता दियां चीज़ां, विलासी चीज़ां, जिन्हां चीज़ां दे विच मतलब जे देखा जाए तो साडी बहुतियां दी लोड़, मैं तो माफ़ी चाहांगा, सॉरी टू से, पर मैं एग्जाम्पल देन लगा। मैं चंडीगढ़ को समा रह के पढ़िया, मोहाली के आले दुआले, मैं देखिया जीरकपुर के कुछ इलाके कुछ खरड़ के इलाके मोहाली के नाल नाल लगते पिंडां दे विच जमीनां बहुत महंगियां हो गई, लोगों ने वेच दित्तियां। वो जमीनां वेच के कोठियां लै लईयां, कारां लै लईयां। तो मैं इहो जे खुद अपने दोस्त मित्र लोग भी देखे जिन्हां दे कोल कोई जमीन नहीं है, पर सारी उम्र जिन्ने समा खेती की, छोटी खेती सीगी, आले दुआले वेख के एक चाह सीगा अंदर, महंगे महंगे वड्डे ट्रैक्टर लिया के खड़े कोठियां दे विच कीते। जस्ट उन्होंने बाहर कढ़ना, चलाना, भजाउणा, इस तरीके ने एक शौक पूरा, विरासती चीज़ां। सो ये जिहड़ा सारा रूप है उन्हां वस्तां पदार्थां दे मगर भजदे आ, सोचिया ही नहीं ये जमीन, ये खिता, ये इलाका, ये सब जिहदे च जहर सट रहे हैं, आखिरकार ये जहर किधर जाएगा? तो ये एक लैवल का रोल नहीं, मल्टीपल लैवल का रोल है। एग्रीकल्चर यूनिवर्सिटी का रोल भी हैगा आ, जिन्हें किसी चीज़ बारे कोई स्टडी रैफर ना की, कोई रेओ पै रही, कोई खाद पै रहा, कोई बीज पै रहा, उसकी स्टडी रैफर कर दे कि भाई आ की हो रहा। लोगों ने कभी तरजीह ना दी। जे तालीम की गल भी आई तो तालीम की गल उदों आई जदों इस वैसटर्न ते अमेरिकनाइज वर्ल्ड IT सैक्टर का रंग देखा लोगों ने, इधर स्टूडेंट्स का लैवल देखा कुछ आने वाला, फिर IELTS भी करन लग गए, फिर सारा कुछ जिहड़ी बेसिक उत्थों के लोगों की उन्हां दी अपलिफ्टिंग हो सके सोशल लैवल ते, ग्राउंड लैवल ते, हाँ फाइनैंशियली भी होए जरूर, उहदे बाबत कोई तालीम का रंग नहीं है। फिर गुर शब्द की आभा नूं असीं किवें माणीए, किस रूप में देखिए? कई बार लोग कहते हैं गुरु बौड़ी करेगा, गुरु गवाही करेगा। साडे गुरु तो गवाही कर रहा है। गुरु साहब ने जिहड़े बचन भी पढ़ते हो ना, जिहड़ा शब्द है महाराज जी दे, कहते हैं कि हुक्म के रूप में ने कि
जब लग खालसा रहे नियारा तब लग तेज दे हूं मैं सारा। ਜਦੋਂ ਤੱਕ ਤੂੰ ਆਪਣਾ ਨਿਆਰਾਪਨ ਰੱਖੇਗਾ ਤੇ ਨਿਆਰਾਪਨ ਜੀਵਨ ਦੀ ਉਸ ਜਾਚ ਦਾ ਆ, ਰੰਗ ਦਾ ਆ। ਜੇ ਤੂੰ ਉਸੇ ਤਰੀਕੇ ਨਾਲ ਉਸੇ ਉਹਨਾਂ ਆਬਜੈਕਟਸ ਦੇ ਵਿੱਚ ਉਹਨਾਂ ਚੀਜ਼ਾਂ 'ਚ ਦੁਬਾਰਾ ਗਵਾਚ ਜਾਏਗਾ, ਉਹ ਮਾਇਆਵੀ ਇਲੂਜਨ ਦੀ ਲੈਵਲ 'ਤੇ, ਭਾਈ ਫਿਰ ਤੇਰੇ ਤੇ ਦੂਜੇ 'ਚ ਫਰਕ ਹੀ ਰਹਿ ਜਾਏਗਾ। ਤੇ ਫਿਰ ਤੇ ਇਸ ਲੈਵਲ 'ਤੇ ਤੇ ਫਿਰ ਇਹ ਹੈ ਜਿਹੜਾ ਵਿਪਰ ਆ, ਜਿਹੜਾ ਉਹ ਕਜ਼ਾਕ ਵਿਪਰ, ਇੱਕ ਸਿਰਫ ਇੱਕ ਬ੍ਰਾਹਮਣ ਜਾਤ ਦੀ ਗੱਲ ਨਹੀਂ ਹੋ ਰਹੀ ਇੱਥੇ। ਵਿਪਰ ਇੱਕ ਐਲੀਟ ਦੀ ਗੱਲ ਹੈ, ਇੱਕ ਉਹ ਤਬਕਾ ਜਿਹੜਾ ਬੜਾ ਮੀਨ ਆ, ਬੜਾ ਕਨਿੰਗ ਆ, ਉਹ ਛੱਡੇਗਾ ਥੋੜ੍ਹਾ ਤੈਨੂੰ, ਉਹ ਤੇ ਖਾ ਜਾਏਗਾ ਤੈਨੂੰ। ਇਹੀ ਖਾ ਰਿਹਾ ਹੁਣ ਉਹ ਤਬਕਾ ਜਿਹੜਾ ਆ, ਉਸ ਲੈਵਲ 'ਤੇ ਉਹ ਤੇਰੀ ਐਕਸਪਲੋਇਟੇਸ਼ਨ ਕਰੇਗਾ। ਇਹ ਗੁਰੂ ਬਾਬਾ ਜੀ ਕਹਿੰਦੇ ਤੈਨੂੰ ਕੋਈ ਨਹੀਂ ਬਚਾ ਸਕੇਗਾ। ਜਿਵੇਂ ਆਪਾਂ ਘਰਾਂ ਥਾਵਾਂ 'ਚ ਦੇਖਦੇ ਨੇ, ਜਿਹੜਾ ਬੱਚਾ ਮਾਂ ਦੀ ਸਿਆਣਪ ਨੂੰ, ਪਿਤਾ ਦੀ ਸਿਆਣਪ ਨੂੰ ਨਾ ਪਕੜਦਿਆਂ ਹੋਇਆਂ, ਉਹਨਾਂ ਦੀ ਗੱਲ ਨਾ ਸੁਣਦਿਆਂ ਹੋਇਆਂ, ਆਲੇ ਦੁਆਲੇ ਦੇ ਵਿਗੜੈਲ ਲੋਕਾਂ ਦੇ ਮਗਰ ਉਹਨਾਂ ਦੇ ਪੈਰ ਮਤਲਬ ਪੈਰਾਂ 'ਤੇ ਪੈਰ ਰੱਖਦਾ ਆ ਅਤੇ ਸੋਚਦਾ ਆ ਉਹ ਤਾਂ ਮੈਨੂੰ ਬਹੁਤ ਕੁਛ ਦੇ ਰਹੇ ਨੇ, ਉਹ ਤਾਂ ਮੈਨੂੰ ਵਧੀਆ ਆਪਣੀ ਮਹਿੰਗੀ ਕਾਰ ਵੀ ਦੇ ਦਿੰਦੇ ਨੇ, ਮੈਨੂੰ ਤਾਂ ਉਹਨਾਂ ਨੂੰ ਕੋਲ ਜਾ ਕੇ ਜਿਹੜਾ ਹੈਗਾ ਮੈਨੂੰ ਤਾਂ ਵਧੀਆ ਰੈਸਟੋਰੈਂਟ 'ਚ ਖਾਣਾ ਵੀ ਖਵਾ ਦਿੰਦੇ ਨੇ। ਐਂਡ ਦੀਜ਼ ਪੇਰੈਂਟਸ ਦੇ ਨੈਵਰ ਐਵਰ ਹੈਵ ਐਕਚੁਅਲੀ ਐਨੀਥਿੰਗ ਫॉर ਮੀ ਲਾਈਕ ਦੈਟ। ਇਹਨਾਂ ਤੇ ਕਦੀ ਮੈਨੂੰ ਮਾੜਾ ਜਿਹਾ ਟਰੀਟ ਵੀ ਨਹੀਂ ਦਿੱਤਾ। ਉਹਨੂੰ ਇਹ ਨਹੀਂ ਪਤਾ ਇਹ ਟਰੀਟ ਕਿੰਨਾ ਮਹਿੰਗਾ ਪੈਣਾ। ਉਹ ਜਿਹੜਾ ਉਦੋਂ ਲੱਗਦਾ ਸੀ ਨਾ ਕਿ ਵਾਹ ਅਸੀਂ ਤੇ ਕਮਾਲ ਕਰ ਦਿੱਤੀ, ਅਸੀਂ ਤੇ ਜਿਹੜਾ ਹੈਗਾ ਬਾਸਮਤੀ ਵੇਚ ਕੇ ਤੇ ਆਹ ਕਰਕੇ ਤੇ ਇਸ ਤਰੀਕੇ ਨਾਲ ਕਰਕੇ ਤੇ ਜ਼ਮੀਨਾਂ ਦੀ ਵੈਲਿਊ ਵੱਧ ਗਈ, ਕੀਮਤ ਵੱਧ ਗਈ ਸਭ। ਹੁਣ ਉਹ ਸਾਰੇ ਦਾ ਉਸ ਲੈਵਲ 'ਤੇ ਐਕਚੁਅਲੀ ਉੱਥੋਂ ਬਾਅਦ ਸ਼ੁਰੂ ਹੁੰਦੀ ਹੈ। ਗੁਰੂ ਬਾਬਾ ਜੀ ਕਹਿੰਦੇ ਕਦੀ ਆਪਣੀ ਹੋਣੀ ਨੂੰ ਨਾ ਭੁੱਲ। ਹੋਣੀ ਇਹ ਹੈ, ਇਹ ਪਦਾਰਥ, ਵਸਤਾਂ, ਰਸਤਾਂ ਕੁਦਰਤ ਦੇ ਇੱਕ ਵੱਡੇ ਨਿਜ਼ਾਮ ਵਿੱਚ ਚੱਲਣ ਵਾਲੀ ਚੀਜ਼ ਆ। ਦੇਣ ਵਾਲਾ ਦਾਤਾ ਆ ਤੇ ਉਸ ਦਾਤੇ ਦੇ ਹੁਕਮ ਵਿੱਚ ਰਹਿਣਾ ਆ। ਇੱਥੇ ਬਚਨ ਆਇਆ, ਮਹਾਰਾਜ ਜ਼ਿਕਰ ਕਰਦੇ, ਮੰਦਰ ਮਿੱਟੀ ਸੰਦੜੇ ਪੱਥਰ ਕੀਤੇ ਰਾਸ ਜੀਓ। ਇਹ ਰਾਸ ਆ ਗਈਆਂ ਚੀਜ਼ਾਂ, ਇਹ ਸਭ ਹੈਗੇ ਤੇ ਪੱਥਰ ਹੀ, ਮਿੱਟੀ ਹੈ ਸਾਰੇ ਸਾਰੀ। ਪਰ ਕਿਆ ਹੋ ਇੰਨੀ ਟੋਲੀ ਭੁੱਲੀਅਸ ਤਿਸ ਕੰਤ ਨਾ ਬੈਠੀ ਪਾਸਿਓ। ਇੰਨੀ ਟੋਲੀ ਭੁੱਲੀਅਸ, ਇੰਨੀਆਂ ਸੋਹਣੀਆਂ ਸੋਹਣੀਆਂ ਚੀਜ਼ਾਂ ਦੇ ਮਗਰ ਭੁੱਲ ਗਈ। ਭੁੱਲ ਵੀ ਐਸੀ ਗਈ, ਮੈਂ ਮਾਫੀ ਮੰਗਾਂਗਾ ਅੱਜ ਤੁਸੀਂ, ਮੈਂ ਤਾਂ ਬਹੁਤਾ ਸੋਸ਼ਲ ਮੀਡੀਆ ਵਗੈਰਾ ਯੂਜ਼ ਕਰਦਾ ਨਹੀਂ ਗਾ, ਕਿਤੇ ਥੋੜ੍ਹਾ ਬਹੁਤਾ ਸੱਜੇ ਖੱਬੇ ਕੋਈ ਖਬਰ ਕਿਤੇ ਮਿਲ ਜਾਏ। ਲੈਕਚਰ ਹੋ ਰਹੇ ਨੇ, ਲੈਕਚਰ ਤੋਂ ਬਾਅਦ ਜਕਾਰੇ ਛੱਡੇ ਜਾ ਰਹੇ ਨੇ, ਜਕਾਰੇ ਛੱਡ ਕੇ ਫਿਰ ਗੱਲਾਂ ਕੀਤੀਆਂ ਜਾਂਦੀਆਂ ਨੇ, ਦੱਸਿਆ ਜਾਂਦਾ ਹੈ ਉਹ ਤੁਸੀਂ ਸਾਨੂੰ ਪੰਜਾਬੀਆਂ ਨਹੀਂ ਜਾਣਦੇ, ਅਸੀਂ ਤਾਂ ਅਬਦਾਲੀ ਨਹੀਂ ਇੱਥੇ ਮੋੜ ਦਿੱਤੇ, ਫਲਾਂ ਛੱਡ ਦਿੱਤੇ, ਫਲਾਂ ਕਰ ਦਿੱਤੇ। ਭਾਈ ਠੀਕ ਹੈ, ਹੈਰੀਟੇਜ ਹੈ, ਸਾਰੀ ਗੱਲ ਹੈ ਉਸ ਰੂਪ ਦੇ 'ਚ। ਬਟ ਵਟ ਆਈ ਹੈਵ ਸੀਨ ਫਰੋਮ ਲਾਸਟ ਐਕਚੁਅਲੀ ਫਿਊ ਈਅਰਸ, ਉਸੇ ਖਿੱਤੇ ਦੇ ਵਿੱਚ ਮੈਂ ਜ਼ਿਆਦਾ ਤਾਂ ਨਹੀਂ, ਕੋਈ 2-4 ਵਾਰੀ ਉੱਥੇ ਵਿਆਹਾਂ 'ਤੇ ਜਾਣ ਦਾ ਮੌਕਾ ਬਣਿਆ ਮੈਨੂੰ। ਉਹ ਵੀ ਕਿਸੇ ਜ਼ਰੂਰੀ ਮੈਨੂੰ ਮਜਬੂਰੀ ਵਿੱਚ ਜਾਣਾ ਪਿਆ। ਅਤੇ ਮੈਨੂੰ ਯਾਦ ਹੈ ਇੱਕ ਵਾਰੀ ਮੈਨੂੰ ਇੱਕ ਬੜੀ ਵੱਡੀ ਵਿਆਹ 'ਤੇ ਇੱਥੋਂ ਕੁਝ ਸੱਜਣ ਨਾਲ ਲੈ ਕੇ ਗਏ, ਅਤੇ ਉੱਥੇ ਜਦੋਂ ਗਏ ਅਤੇ ਬੈਨਕੁਟ ਹਾਲ ਦੇ ਵਿੱਚ ਵਿਆਹ ਸੀਗਾ। ਕੋਈ ਉੱਥੇ 1500-1600 ਬੰਦਾ ਹੋਣਾ, 1700। ਬੜੀ ਵੱਡੀ ਮੈਰਿਜ ਉਸ ਰੂਪ ਵਿੱਚ ਹੋ ਰਹੀ ਹੈ, ਬੜੀ ਫੈਟ ਵੈਡਿੰਗ ਜਿਹਨੂੰ ਕਹਿੰਦੇ ਆ। ਉਸ ਤੋਂ ਬਾਅਦ ਜੇ ਆਨੰਦ ਕਾਰਜ ਵਾਸਤੇ ਉਹਨਾਂ ਨੇ ਲੈ ਕੇ ਜਾਣਾ, ਮੈਨੂੰ ਸਪੈਸ਼ਲ ਲੈ ਗਏ ਸਨ ਸੱਜਣ ਇੱਥੋਂ ਵਾਲੇ। ਹਾਲਾਂਕਿ ਮੈਂ ਉਹਨਾਂ ਨੂੰ ਬੜਾ ਕਿਹਾ ਤੁਸੀਂ ਇਸ ਚੀਜ਼ 'ਚ ਨਾ ਪਵੋ, ਉੱਥੇ ਇਹਨਾਂ ਚੀਜ਼ਾਂ ਦਾ ਕੋਈ ਰੋਲ ਨਹੀਂ। ਇੱਥੇ ਤੁਸੀਂ ਹੋਰ, ਸਾਡਾ ਇਨਵਾਇਰਮੈਂਟ ਥੋੜ੍ਹਾ ਹੋਰ ਤਰ੍ਹਾਂ ਦਾ ਇੱਥੇ, ਖਾਸ ਕਰਕੇ ਟੋਰਾਂਟੋ ਦੇ ਵਿੱਚ। ਅਤੇ ਉਹ ਖੈਰ ਉਹ ਨਾ ਹੀ ਮੰਨੇ ਨਹੀਂ। ਉਹ ਜਦੋਂ ਗਏ ਉੱਥੇ ਤਾਂ ਮੈਨੂੰ ਮੈਂ ਦੇਖਣ ਦਾ ਤਮਾਸ਼ਾ ਜਿਹੜਾ ਵੀ ਮਿਲਿਆ ਉਹ ਇਹ ਹੈ ਕਿ ਜਦੋਂ ਆਨੰਦ ਕਾਰਜਾਂ ਲਈ ਜਾਣਾ ਸੀਗਾ, 10 ਬੰਦੇ ਜਾਣ ਲਈ ਤਿਆਰ ਨਹੀਂ। ਕਿਹਨੂੰ ਗੁਰੂ ਯਾਦ ਹੈ, ਕਿਹਨੂੰ ਗੁਰਬਾਣੀ ਯਾਦ ਹੈ। ਅਤੇ ਲਿਟਰਲੀ ਤੌਰ 'ਤੇ ਉੱਥੇ ਕਈ ਜਿਹੜੇ ਬੜੇ ਆਪਣੇ ਜਾਚੋਂ ਬੜੇ ਬੀਬੇ ਲੋਕ, ਸਿਆਣੇ ਲੋਕ, ਉਹਨਾਂ ਨੇ ਇੱਕ ਦੂਜੇ ਨੂੰ ਧੱਈਆ ਕੀਤਾ ਵੀ ਚਲੋ ਚੱਲਦੇ ਆ। ਤੋ ਨਾਲ ਦਾ ਕੋਈ ਸਾਥੀ ਆ ਗਿਆ, ਲੈ ਕਿਹੜਾ ਏਡਾ ਆਪ ਫੰਕਸ਼ਨ ਛੱਡ ਕੇ ਜਾਣਾ ਚਾਹੀਦਾ, ਦੱਸ। ਆਹ ਜਿਹੜੀ ਚੀਜ਼ ਆ, ਗਾਉਣ ਵਾਲੇ ਚੱਲ ਰਹੇ ਨੇ, ਸਭ ਕੈਸੀਆਂ ਗੱਲਾਂ ਕਰਦੇ ਹੋ ਤੁਸੀਂ, ਛੱਡੋ ਪਰਾਂ, ਉੱਥੇ ਕੋਈ ਹੋਰ ਚਲਾ ਜਾਏਗਾ। ਹੁਣ ਆਹ ਰੂਪ ਹੈ ਜਿਹੜਾ ਗੁਰੂ ਬਾਬਾ ਜੀ ਨੇ ਕਿਹਾ ਨਾ, ਹਾਂ ਇੰਨੀ ਟੋਲੀ ਭੁੱਲੀਅਸ ਤਿਸ ਕੰਤ ਨਾ ਬੈਠੀ ਪਾਸ ਜੀਓ। ਕਿੱਥੇ ਯਾਦ ਰਹਿ ਗਿਆ ਲੋਕਾਂ ਨੂੰ ਗੁਰੂ ਦਾ ਉਪਦੇਸ਼, ਬਾਣੀ, ਜਿਹੜੀ ਸਪਿਰਿਚੁਅਲ ਬੈਟਰਮੈਂਟ, ਸਪਿਰਿਚੁਅਲ ਐਜੂਕੇਸ਼ਨ ਦੀ ਗੱਲ ਆ ਰਹੀ ਸੀ, ਕਿੱਥੇ ਰਹਿ ਗਈ ਯਾਦ। ਹਾਂ ਜਦੋਂ ਲੈਵਲ 'ਤੇ ਹੁਣ ਲੋੜ ਪੈ ਰਹੀ, ਹੁਣ ਪਤਾ ਲੱਗ ਰਿਹਾ ਓ ਹੋ ਮੇਰੇ ਗੁਰੂ ਨੇ ਸਾਨੂੰ ਜਿਹੜੀ ਸੈਲਫ ਸਫੀਸ਼ੀਐਂਟ ਹੋਣ ਦੀ ਗੱਲ ਆ ਰਹੀ ਹੈ, ਗੁਰੂ ਸਿਖਾਉਂਦਾ। ਸਲੇਵਰੀ ਸੰਗਲਾਂ ਨਾਲ ਨਹੀਂ ਹੁੰਦੀ, ਨੋ ਫੋਰਗੇਟ ਅਬਾਊਟ ਇਟ। ਸਭ ਤੋਂ ਵੱਡੀ ਸਲੇਵਰੀ ਪਦਾਰਥਕ ਸਲੇਵਰੀ ਹੈ, ਐਡਿਕਸ਼ਨ।
ਹੁਣ ਤੇ ਪੰਜਾਬ ਦੇ ਪਿਛਲੇ ਲੰਬੇ ਸਮੇਂ ਤੁਸੀਂ ਦੇਖੀਏ ਸਬਸਟੈਂਸ ਐਡਿਕਸ਼ਨ ਜਿਹੜੀ ਹੈ ਉਹਨੂੰ ਛੱਡੋ, ਜਿਹੜੀ ਉਸ ਤੋਂ ਵੀ ਖਤਰਨਾਕ ਐਡਿਕਸ਼ਨ ਹੈ ਮਟੀਰੀਅਲ ਦੀ, ਮਟੀਰੀਅਲਿਸਟਿਕ ਵਰਲਡ ਦੀ, ਕੰਜ਼ਿਊਮਰਿਜ਼ਮ ਦੀ, ਏਡੇ ਵੱਡੇ ਲੈਵਲ ਤੇ ਧਰਤੀ ਐਡਿਕਟ ਬਣਾ ਦਿੱਤੀ, ਧਰਤੀ ਨੂੰ ਕੰਜ਼ਿਊਮਰ ਬਣਾ ਦਿੱਤਾ, ਕਸਟਮਰ ਬਣਾ ਦਿੱਤਾ ਪੱਕਾ। ਬਾਜ਼ਾਰ ਤੋਂ ਕੋਈ 4000 ਦੀ ਰੇਹ ਲਿਆ ਕੇ ਪਾਓਗੇ ਉਹਦੇ ਵਿੱਚ, ਦਵਾਈਆਂ ਖਾ ਤਾਂ ਫਸਲ ਦੇਗੀ, ਨਹੀਂ ਤਾਂ ਨਹੀਂ ਦੇਗੀ। ਹੁਣ ਇਹ ਜਿਹੜੀ ਚੀਜ਼ ਹੈ ਕਿੱਡੀ ਤਕੜੀ ਸਲੇਵਰੀ ਹੈ। ਗੁਰੂ ਬਾਬਾ ਜੀ ਕਹਿੰਦੇ ਤੈਨੂੰ ਕੰਤ ਭੁੱਲ ਗਿਆ, ਅਕਾਲ ਪੁਰਖ ਵਾਹਿਗੁਰੂ ਉਹਦਾ ਅਸਲ ਲਾ ਹੀ ਭੁੱਲ ਗਿਆ ਤੈਨੂੰ। ਅਗਲਾ ਬਚਨ ਲਿਖਿਆ ਇਹਦੇ ਵਿੱਚ, ਮਹਾਰਾਜ ਕਹਿੰਦੇ ਕਿ ਅੰਬਰ ਕੂੰਜਾਂ ਕੁਰਲੀਆਂ ਬੱਗ ਬੈਠੇ ਆਏ ਜਿਓ। ਵੀ ਰੀਅਲੀ ਐਕਚੁਅਲੀ ਲਿਟਰਲੀ ਹੈਵ ਵੈਰੀ ਸਮਾਲ ਸਪੈਨ ਆਫ ਲਾਈਫ, ਬੜਾ ਥੋੜ੍ਹਾ ਜਿਹਾ ਜੀਵਨ ਹੈ ਸਾਡੇ ਕੋਲ। ਅਤੇ ਵੇਖਦਿਆਂ ਵੇਖਦਿਆਂ ਹੀ ਜੇ ਮੈਂ ਸਰਲ ਭਾਵ ਵਿੱਚ ਬਾਤ ਕਰਾਂ ਤੇ ਆ ਦੇਖੋ ਕੇਸ ਨੇ ਉਦੋਂ ਹੀ ਪਤਾ ਲੱਗਾ ਜਦੋਂ ਆਏ, ਤੇ ਉਦੋਂ ਹੀ ਪਤਾ ਲੱਗਾ ਚਿੱਟੇ ਹੋ ਗਏ। ਦੈਟਸ ਇਟ, ਵੈਰੀ ਫਾਸਟ। ਅੰਬਰ ਕੂੰਜਾਂ ਕੁਰਲੀਆਂ, ਅੰਬਰ ਕਹਿੰਦੇ ਉੱਚੇ ਨੂੰ, ਕੂੰਜਾਂ ਚਿੱਟੀਆਂ ਤੇ ਕਾਲੀਆਂ ਤਿਤਰੀਆਂ, ਮਤਲਬ ਸਲੇਟੀ, ਜਿਨ੍ਹਾਂ ਦਾ ਹਾਫ ਗ੍ਰੇ ਐਂਡ ਹਾਫ ਐਕਚੁਅਲੀ ਯੂ ਕੈਨ ਸੇ ਬਲੈਕ ਕਲਰ, ਦੈਟ ਕਾਈਂਡ ਆਫ, ਉਹੋ ਜਿਹੇ ਹੁੰਦੇ ਨੇ। ਅੰਬਰ ਕੂੰਜਾਂ ਕੁਰਲੀਆਂ, ਕੀ ਹੋਇਆ? ਬੱਗ ਬਹੀਟੇ, ਬੱਗ ਬਿਲਕੁਲ ਚਿੱਟੇ। ਇਹ ਤੂੰ ਧਿਆਨ ਨਾਲ ਦੇਖ, ਤੇਰਾ ਆਪਣਾ ਸਰੀਰ ਕੂਕ ਰਿਹਾ, ਦੱਸ ਰਿਹਾ ਹੈ ਲਾਈਫ ਇਜ਼ ਗੋਇੰਗ ਵੈਰੀ ਫਾਸਟ, ਯੂ ਡੋਂਟ ਹੈਵ ਮਚ ਟਾਈਮ। ਧਿਆਨ ਦੇ ਇਹਦੇ ਵੱਲ। ਅੰਬਰ ਕੂੰਜਾਂ, ਬੜਾ ਕਮਾਲ ਦਾ ਮੈਟਾਫੋਰ ਸਿਰਜਿਆ। ਇਹ ਜੀਵਨ ਲੰਘ ਰਿਹਾ, ਉਮਰ ਲੰਘ ਰਹੀ ਹੈ। ਅੰਬਰ ਕੂੰਜਾਂ ਕੁਰਲੀਆਂ ਬੱਗ ਬਹੀਠੇ ਆਏ ਜੀਓ, ਸਾਤਨ ਚੱਲੀ ਸਾਹੁਰੇ ਕਿਆਮੋ ਦੇਸੀ ਅੱਗੇ ਜਾਏ ਜੀਓ। ਇੱਥੇ ਜਾ ਕੇ ਜਿਹੜੇ ਨਰੋਲ ਮਜਾਜੀ ਦੀ ਗੱਲ ਨਹੀਂ, ਤੇ ਹਕੀਕੀ ਗੱਲ ਹੁਣ ਆ ਰਹੀ ਬਿਲਕੁਲ। ਹੁਣ ਗੱਲ ਇਹ ਆ ਰਹੀ ਹੈ, ਸਾਤਨ ਚੱਲੀ ਸਾਹੁਰੇ, ਇਹ ਜੀਵਾਤਮਾ ਸਹੁਰੇ ਘਰ ਜਾ ਰਹੀ ਹੈ। ਹੁਣ ਸਹੁਰੇ ਘਰ, ਸਭਨੀ ਸਹੁਰੇ ਵੰਝਣਾ ਭਾਵ, ਇੱਕ ਦਿਨ ਕਰਤਾਰ ਦੇ ਕੋਲ ਜਾਣਾ, ਜਵਾਬਦੇਹੀ ਹੋਣੀ ਉੱਥੇ। ਤੇ ਜ਼ਿਕਰ ਆਇਆ ਕਿਆਮੋ ਦੇਸੀ ਅੱਗੇ ਜਾਏ, ਜੋ ਕਿਹੜਾ ਮੂੰਹ ਲੈ ਕੇ ਜਾਏਗਾ ਅੱਗੇ, ਕੀ ਵਿਖਾਏ ਅੱਗੇ ਜਾ ਕੇ। ਇਹ ਜੀਵਨ ਮਿਲਿਆ ਕਿਸ ਆਵਰਣ, ਕਿਸ ਵਿਹਾਰ ਦੇ ਨਾਲ ਤੂੰ ਜੀਵਿਆ, ਉਹਦੀ ਪੁੱਛ ਪੜਤਾਲ ਹੋਏਗੀ ਤੇਰੇ ਤੋਂ। ਉਹਦੀ ਬਾਤ ਹੋਈ, ਸੁੱਤੀ ਸੁੱਤੀ ਚਾਲ ਥੀਆ ਭੁੱਲੀ ਵਾਟੜੀ ਆਸ ਜੀਓ। ਅਵੇਅਰਨੈਸ ਸਭ ਤੋਂ ਸਾਡੀ ਲਾਜ਼ਮੀ ਜ਼ਰੂਰਤ ਆ। ਬੰਦਾ ਅਵੇਅਰ ਹੀ ਨਹੀਂ ਹੈਗਾ। ਮੈਂ ਕੁਝ ਖਾ ਰਿਹਾ, ਪੀ ਰਿਹਾ, ਜੀ ਰਿਹਾ, ਹਟਾ ਰਿਹਾ, ਵਾਈ, ਵਟ ਇਜ਼ ਦ ਬੇਸਿਕ ਨੀਡ ਓਵਰ ਹੇਅਰ। ਇਤਨੇ ਜ਼ਿਆਦਾ ਅਸੀਂ ਓਬਸੈਸਿਵ ਹੋ ਗਏ ਪਦਾਰਥ ਦੇ ਬਾਰੇ, ਹੋਰ ਚੀਜ਼ਾਂ ਦੇ ਬਾਰੇ, ਕਿ ਸਾਨੂੰ ਅਸਲ ਵਿੱਚ ਹਿਪਨੋਸਿਸ ਹੋ ਗਏ। Hypnosis is very, you can say, is a thing people are so used to for everything. ਹਰ ਚੀਜ਼ ਨੂੰ ਅੱਜ ਐਡਿਕਸ਼ਨ, ਸਾਡੇ ਡਿਵਾਈਸਿਸ ਦੀ ਗੱਲ ਕਰ ਲਓ, ਹੋਰ ਸਬਸਟੈਂਸ ਦੀ, ਹਰ ਚੀਜ਼ ਦੀ ਇਤਨਾ ਜ਼ਿਆਦਾ ਯੂਜ਼। ਜਿਸ ਚੀਜ਼ ਦੇ ਅਸੀਂ ਵਾਕਿਆ 'ਚ ਹੀ ਲੈਵਲ 'ਤੇ ਜਾਣਾ ਸੀ, ਐਡਿਕਸ਼ਨ ਡਿਵੈਲਪ ਕਰਨਾ ਸੀਗਾ, ਉਹ ਤਾਂ ਸੀਗਾ ਜਿਵੇਂ ਬਾਣੀ ਪੜ੍ਹਨੀ ਹੈ, ਚੰਗਾ ਜੀਵਨ ਯਾਪਨ ਕਰਨਾ ਆ, ਅੱਛਾਈ ਵਾਰ-ਵਾਰ ਕਰਨੀ ਹੈ, ਚੰਗਿਆਈ ਵਾਰ-ਵਾਰ ਕਰਨੀ ਹੈ, ਜਿਹਨੂੰ ਕਿਹਾ ਬ੍ਰਹਮ ਗਿਆਨੀ ਪਰ ਉਪਕਾਰ ਉਮਾਹਾ। ਇਸ ਚੀਜ਼ ਦੇ ਸੀ ਜਿਹੜਾ ਹੈਗਾ ਉਸ ਲੈਵਲ 'ਤੇ ਜਾਣਾ ਸੀਗਾ। ਗੁਰੂ ਬਾਬਾ ਜੀ ਕਹਿੰਦੇ ਇਹ ਸੁੱਤਿਆਂ ਸੁੱਤਿਆਂ ਭੁੱਲ ਗਈ ਵੀ ਵਾਟੜੀ ਅਸਲ ਮੇਰਾ ਰਾਹ ਕੀ ਸੀਗਾ। ਸੁੱਤੀ ਸੁੱਤੀ ਝਾਲ ਥੀਆ ਭੁੱਲੀ ਵਾਟੜੀ ਆਸ ਜਿਓ, ਤੈਂ ਸ਼ਹਿ ਨਾਲੋਂ ਮੁੱਤੀ ਦੁੱਖਾਂ ਕੂ ਤਰੀਆਸ ਜਿਓ। ਤੇ ਤੁਝ ਸ਼ਾਨ ਅਸਲ ਸ਼ੌ ਨਾਲ ਟੁੱਟ ਗਈ, ਮੁਤਿਆਸ ਮੈਨੂੰ ਵਿਛੜ ਜਾਣਾ, ਕਿਆ ਦੁੱਖਾਂ ਕੂ ਤਰੀਆਸ ਜਿਓ। ਹੁਣ ਜੇ ਬੰਦਾ ਧਿਆਨ ਨਾਲ ਦੇਖੇ, ਸਪੋਜ਼ ਕਰੋ ਬੀਜ ਮਾੜੇ ਬੀਜੇ ਹੋਣ, ਤੇ ਉਮੀਦ ਕਰੇ ਬੰਦਾ, ਜੇ ਆਸ ਵੀ ਕਰੇਗਾ, ਦੇਖੇਗਾ ਬੀਜ ਕੰਡਿਆਂ ਦੇ ਬੀਜੇ ਸਨ, ਤੇ ਫਿਰ ਆਸ ਕਰੇਗਾ, ਤੇ ਫਿਰ ਕੀ ਆਸ ਕਰੇਗਾ? ਭਾਈ ਕੰਡੇ ਹੀ ਉਗਣਗੇ। ਜਿਹੜਾ ਪਿਛੋਕੜ ਹੈ ਉਹ ਲੀਡ ਕਰਦਾ ਅੱਗੇ ਸਾਨੂੰ। ਮਹਾਰਾਜ ਬਿਆਨ ਕਰਦੇ ਕਿ ਇਹ ਹੁਣ ਆਸ ਵੀ ਕੰਡਿਆਂ ਤੋਂ ਬਿਨਾਂ ਹੋਰ ਤੇ ਕੁਛ ਰੱਖ ਨਹੀਂ ਸਕਦੀ ਹੈ ਜੀਵਾਤਮਾ ਉਸ ਤਰੀਕੇ ਨਾਲ। ਬਿਲਕੁਲ ਅੰਤਲੀਆਂ ਲਾਈਨਾਂ ਤੇ ਆ ਜਾਂਦੇ ਹੈਗੇ ਆ। ਤੁਧ ਗੁਣ ਮੈਂ ਸਭ ਅਵਗਣਾ, ਇੱਕ ਨਾਨਕ ਕੀ ਅਰਦਾਸ ਜੋ। ਕਰਤਾਰ ਤੂੰ ਬੜਾ ਬੇਅੰਤ ਹੈ, ਤੂੰ ਸਾਰੇ ਗੁਣਾਂ ਦਾ ਮਾਲਕ ਹੈ, ਮੇਰੇ 'ਚ ਸਾਰੇ ਹੀ ਔਗਣ ਨੇ, ਪਰ ਮੇਰੀ ਅਰਦਾਸ ਵੀ, ਇੱਕ ਤਰਲਾ ਵੀ ਹੈ ਤੇਰੇ ਸਾਹਮਣੇ। ਇੱਥੇ ਗੁਰਬਾਣੀ ਕਹਿੰਦੀ ਬਖਸ਼ਣ ਹੈ, ਕਿਆ ਤੁਧ ਗੁਣ ਮੈਂ ਸਭ ਅਵਗਣਾ, ਇੱਕ ਨਾਨਕ ਕੀ ਅਰਦਾਸ ਜਿਉ। ਸਭ ਰਾਤੀ ਸੁਹਾਗਣੀ ਮੈਂ ਦੁਹਾਗਣ ਕਾਈ ਰਾਤ ਜਿਉ। ਦਾਤਾ ਸਭ ਸੁਹਾਗਣਾ ਤੇਰੇ ਮਲਾਪ ਦੀ ਰਾਤ ਮਾਣ ਗਈਆਂ ਨੇ, ਮੁਝ ਦੁਹਾਗਣ, ਦੁਹਾਗਣ ਜਿਹਦਾ ਦੋਹਰਾ ਜੀਵਨ ਹੈ, ਇਹਨੂੰ ਵੀ ਕੁਝ ਨਵਾਜ਼ ਦੇ, ਇਹਨੂੰ ਵੀ ਬਖਸ਼ ਦੇ। ਐਟਲੀਸਟ ਜ਼ਿਆਦਾ ਨਹੀਂ ਤੇ ਇੱਕ ਰਾਤ, ਭਾਵ ਇੱਕ ਐਸੇ ਮਲਾਪ ਦਾ, ਐਸੇ ਸੰਗ ਦਾ ਬਾਤ ਕੀਤੀ ਗਈ, ਮੰਗ ਕੀਤੀ ਗਈ ਹੈ ਕਿ ਮੈਨੂੰ ਐਟਲੀਸਟ ਕੁਝ ਤੇ ਨਵਾਜ਼ ਦੇ, ਦਾਤਾ ਬਖਸ਼ ਦੇ। ਇੰਨੀਆਂ ਕੁ ਬੇਨਤੀਆਂ ਨਾਲ ਖਿਮਾ। ਆਉਂਦੇ ਕੱਲ ਧੰਨ ਗੁਰੂ ਰਾਮਦਾਸ ਮਹਾਰਾਜ ਉਹਨਾਂ ਦੇ ਪਾਵਨ ਗੁਰਪੁਰਬ ਦੀ ਅਸੀਂ ਬਾਤ ਪਾਵਾਂਗੇ। ਅੱਜ ਵਾਸਤੇ ਤੇ ਸਮਾਪਤੀ, ਸਿਮਰਨ ਦਾ ਸਮਾਂ ਆ। ਗੁਰਮੁਖ ਪਿਆਰੇ ਆਪ ਦੀ ਸੇਵਾ ਵਿੱਚ ਹਾਜ਼ਰ ਹੋ ਰਹੇ ਨੇ। ਮੈਨੂੰ ਇਜਾਜ਼ਤ ਦਿਓ, ਕਹਿ ਦੇਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।